अस्सलामुअलैकुम, सत श्री अकाल, नमस्ते, सलाम, गुड इवनिंग, गुड मॉर्निंग ਤੇ ਤੁਹਾਡੇ ਸਭ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਤੁਹਾਡੀ ਹੋਸਟ ਤਾਹਿਰਾ ਆਜ਼ਮ। ਆਮ ਤੌਰ ਤੇ ਤੁਸੀਂ ਪੰਜਾਬੀ ਕਾ ਚੈਨਲ ਤੋਂ ਆਜ਼ਮ ਮਲਿਕ ਸਾਹਿਬ ਨੂੰ ਹੀ ਦੇਖਦੇ ਹੋ ਕਿ ਉਹ ਪ੍ਰੋਗਰਾਮ ਹੋਸਟ ਕਰਦੇ ਨੇ। ਤੇ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਚੂੰਕਿ ਬਹੁਤ ਹੀ ਇੱਕ ਅਹਿਮ ਸ਼ਖਸੀਅਤ ਨਾਲ ਅਸੀਂ ਅੱਜ ਕਰ ਰਹੇ ਹਾਂ ਔਰ ਉਹਨਾਂ ਦਾ ਕੰਮ ਵੀ ਜਿਹੜਾ ਹੈ ਕੁਝ ਵੱਖਰਾ ਜਿਹਾ ਔਰ ਬੜਾ ਹੀ ਜ਼ਰੂਰੀ ਜਿਹਾ ਹੈ। ਤੇ ਇਸ ਲਈ ਅੱਜ ਮਲਿਕ ਸਾਹਿਬ ਦੀ ਇਜਾਜ਼ਤ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਪੰਜਾਬਿਕਾ ਤੋਂ ਇਹ ਮੈਂ ਕਰ ਰਹੀ ਹਾਂ ਤਾਹਿਰਾ ਆਜ਼ਮ, ਤੁਹਾਡੀ ਹੋਸਟ, ਤੁਹਾਡੀ ਦੋਸਤ, ਤੁਹਾਡੀ ਭੈਣ, ਤੁਹਾਡੀ ਬਾਜੀ, ਤੁਹਾਡੀ ਆਪਾ। ਤੇ ਅੱਜ ਮੇਰੇ ਜਿਹੜੇ ਮਹਿਮਾਨ ਨੇ ਮੇਰੇ ਨਾਲ ਉਹ ਉਜ਼ਮਾ ਯਾਕੂਬ ਨੇ। ਉਜ਼ਮਾ ਯਾਕੂਬ ਕਿਸੇ ਵੈਸੇ ਤਾਰੁਫ ਦੀ ਮੁਹਤਾਜ ਤੇ ਨਹੀਂ ਗੀ। ਉਜ਼ਮਾ ਦੀ ਇੱਕ ਬੜੀ ਸਟਰਗਲ ਹੈ, ਸਾਡੇ ਡਿਵੈਲਪਮੈਂਟ ਸੈਕਟਰ ਦਾ ਇੱਕ ਬਹੁਤ ਵੱਡਾ ਨਾਮ ਨੇ ਔਰ ਖਾਸ ਤੌਰ ਤੇ ਬਹੁਤ ਹੀ ਮਜ਼ਬੂਤ ਕਿਸਮ ਦੀ ਇੱਕ ਹਿਊਮਨ ਰਾਈਟਸ ਡਿਫੈਂਡਰ ਹੈ ਔਰ ਇਹਨਾਂ ਨੂੰ ਸਦਾਰਤੀ ਅਵਾਰਡ ਵੀ ਮਿਲਿਆ ਹੈ ਹਿਊਮਨ ਰਾਈਟਸ ਡਿਫੈਂਡਰ ਹੋਣ ਦੀ ਵਜ੍ਹਾ ਕਰਕੇ। ਇਹ ਇੱਕ ਬਹੁਤ ਹੀ ਅਹਿਮ ਮਸਲੇ ਤੇ ਕੰਮ ਕਰ ਰਹੀਆਂ ਨੇ ਪਿਛਲੇ ਕੋਈ 10-12 ਸਾਲ ਤੋਂ ਔਰ ਉਹਦੇ ਵਿੱਚ ਇਹਨਾਂ ਨੇ ਬਹੁਤ ਸਾਰਾ ਜਿਹੜਾ ਹੈ ਉਹ ਬੜੀ ਅਹਿਮ ਅਚੀਵਮੈਂਟਸ ਕੀਤੀਆਂ ਨੇ ਔਰ ਉਹ ਇਦਾਰਾ ਜਿਹੜਾ ਕਿ ਜਿਹਦਾ ਨਾਂ ਫੋਰਮ ਫॉर ਡਿਗਨਿਟੀ ਇਨੀਸ਼ੀਏਟਿਵਸ ਹੈ ਉਹਨੂੰ ਇਹ ਹੈਡ ਕਰ ਰਹੀਆਂ ਨੇ। ਹੁਣ ਮੈਂ ਤੁਹਾਡੇ ਔਰ ਉਹਨਾਂ ਦੇ ਦਰਮਿਆਨ 'ਚ ਜ਼ਿਆਦਾ ਜਿਹੜਾ ਹੈ ਉਹ ਨਹੀਂ ਬਣਾਂਗੀ ਤੇ ਮੈਂ ਸਭ ਜੀ ਆਇਆਂ ਨੂੰ ਆਖਦੀ ਹਾਂ ਉਜ਼ਮਾ ਨੂੰ ਪੰਜਾਬੀ ਗਾ ਦੇ ਅੱਜ ਦੇ ਸ਼ੋਅ ਦੇ ਵਿੱਚ। ਔਰ ਮੈਂ ਉਜ਼ਮਾ ਨੂੰ ਦਰਖਾਸਤ ਕਰਨੀ ਆ ਕਿ ਤੁਸੀਂ ਸਾਡੇ ਸਾਰੇ ਭੈਣਾਂ ਭਰਾਵਾਂ ਨੂੰ, ਸੱਜਣਾ ਤੇ ਮਿੱਤਰਾਂ ਨੂੰ ਇੱਕ ਤੇ ਆਪਣਾ ਤਾਰੁਫ ਥੋੜਾ ਹੋਰ ਤਫਸੀਲ 'ਚ ਦੱਸੋ ਤੇ ਆਪਣੀ ਜ਼ਿੰਦਗੀ ਦੇ ਬਾਰੇ 'ਚ ਦੱਸੋ ਕਿ ਤੁਸੀਂ ਉਜ਼ਮਾ ਯਾਕੂਬ ਅੱਜ ਜਿਹੜਾ ਐਡਾ ਵੱਡਾ ਨਾਮ ਹੈ ਔਰ ਬਹੁਤ ਸਾਰੀਆਂ ਬੱਚੀਆਂ, ਬਹੁਤ ਸਾਰੀਆਂ ਖਵਾਤੀਨ ਜਿਹਦੇ ਤੋਂ ਬਹੁਤ ਜ਼ਿਆਦਾ ਮੁਤਾਸਰ ਨੇ ਔਰ ਤੁਹਾਨੂੰ ਤੁਹਾਡੇ ਵਰਗੇ ਬਣਨਾ ਚਾਹੁੰਦੀਆਂ ਨੇ। ਤੇ ਇਹ ਉਜ਼ਮਾ ਯਾਕੂਬ ਅੱਜ ਇੱਥੇ ਕਿਸ ਤਰ੍ਹਾਂ, ਉਜ਼ਮਾ ਯਾਕੂਬ ਦਾ ਸਫ਼ਰ ਕੀ ਹੈ ਜ਼ਿੰਦਗੀ ਦਾ? अस्सलाम वालेकुम। बहुत शुक्रिया ताहिरा आपा, ਤੁਹਾਡਾ ਬਹੁਤ ਸ਼ੁਕਰੀਆ, ਪੰਜਾਬੀ ਕਾ ਦਾ ਬਹੁਤ ਸ਼ੁਕਰੀਆ ਮੈਨੂੰ ਬੁਲਾਉਣ ਵਾਸਤੇ। ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਔਰ ਇੱਕ ਬਹੁਤ ਅਰਸੇ ਤੋਂ ਬਾਅਦ ਵੈਸੇ ਵੀ ਮੌਕਾ ਮਿਲਿਆ ਪੰਜਾਬੀ 'ਚ ਗੁਫ਼ਤਗੂ ਕਰਨ ਦਾ। ਤੇ तमाम ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਮੇਰੀ ਤਰਫ ਬਹੁਤ ਇਹਤਰਾਮਨ ਸਲਾਮ, ਸਤਿ ਸ੍ਰੀ ਅਕਾਲ, ਨਮਸਤੇ, ਸੁਬਹ ਬਖੈਰ, ਸ਼ਾਮ ਬਖੈਰ, ਜਿਹੜਾ ਵੀ ਦੁਨੀਆ ਦੇ ਜਿਹੜੇ ਇਲਾਕੇ 'ਚ ਵਕਤ ਚੱਲ ਰਿਹਾ ਹੈ। ਤਾਹਿਰਾ ਆਪਾ ਜਿਹੜੇ ਨੇ ਉਹ ਬਹੁਤ ਸ਼ਫੀਕ ਨੇ ਔਰ ਬਹੁਤ ਜੈਨਰਸ ਨੇ। ਮੇਰੀ ਇੰਨੀ ਜ਼ਿਆਦਾ ਉਹਨਾਂ ਨੇ ਤਾਰਫੀ ਤਮਹੀਦ ਬੰਨੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਚੀਜ਼ ਰਹਿ ਗਈ ਹੈ ਕਿ ਜਿਹੜੀ ਮੈਂ ਦੱਸਣੀ ਹੈ। ਲੇਕਿਨ ਤੁਹਾਡੇ 'ਚ ਬਹੁਤ ਸਾਰੇ ਦੋਸਤ ਜਾਣਦੇ ਨੇ ਔਰ ਜਿਹੜੇ ਮੇਰੇ ਕੰਮ ਨੂੰ ਜ਼ਿਆਦਾ ਉਜਾਗਰ ਕੀਤਾ ਸੀ ਉਸ ਕੰਮ ਦਾ ਤੁਹਾਨੂੰ ਪਤਾ ਹੈ ਕਿ ਮੈਂ ਖਾਜਾ ਸਰਾਵਾਂ ਦੇ ਹਕੂਕ ਵਾਸਤੇ ਕੰਮ ਜਦੋਂ ਸ਼ੁਰੂ ਕੀਤਾ ਤੇ ਉਹਨੇ ਮੇਰੀ ਆਪਣੀ ਕੋਸ਼ਿਸ਼ ਔਰ ਤਹਿਰੀਕ ਨੂੰ ਕਾਫੀ ਜ਼ਿਆਦਾ ਤੁਹਾਡੇ ਸਾਹਮਣੇ ਨੁਮਾਇਆ ਕੀਤਾ। ਤੇ ਮੈਨੂੰ ਇਸ ਸੈਕਟਰ 'ਚ ਕੰਮ ਕਰਦਿਆਂ ਤੇ ਕੋਈ 10 ਤੋਂ 15 ਸਾਲ ਹੋ ਗਏ ਨੇ। ਲੇਕਿਨ ਜਿਹੜਾ ਮੈਂ ਆਪਣਾ ਇਦਾਰਾ ਬਣਾਇਆ ਜਿਹਦਾ ਤੁਸੀਂ ਹੁਣ ਜ਼ਿਕਰ ਵੀ ਕੀਤਾ ਹੈ, ਫੋਰਮ ਫॉर ਡਿਗਨਿਟੀ ਇਨੀਸ਼ੀਏਟਿਵਸ ਦੇ ਨਾਮ ਨਾਲ। ਤੇ ਡਿਗਨਿਟੀ ਨੂੰ ਅਗਰ ਅਸੀਂ ਉਰਦੂ 'ਚ ਤਰਜਮਾ ਕਰੀਏ ਜਾਂ ਪੰਜਾਬੀ 'ਚ ਕਰੀਏ ਤੇ ਤਾਂ ਮੁਰਾਦ ਹੈ ਤਕੱਦੁਸ ਔਰ ਇਹਤਰਾਮ। ਤੇ ਇੱਕ ਐਸਾ ਇਦਾਰਾ ਹੈ ਕਿ ਜਿਹੜੇ ਐਸੇ ਅਮਲ ਕਰੇਗਾ, ਐਸੇ ਕੀ ਕਹਿਣਾ ਚਾਹੀਦਾ ਅਫਾਲ ਅੰਜਾਮ ਦੇਗਾ ਕਿ ਜਿਹੜਾ ਇਨਸਾਨੀ ਤਕੱਦੁਸ ਜਿਹੜਾ ਹੈ ਉਹਦੀ ਬਹਾਲੀ ਔਰ ਉਹਦੀ ਯਕੀਨੀ ਵਾਸਤੇ ਕੰਮ ਕਰੇਗਾ। ਤੇ ਅਸੀਂ ਇਹ ਕਹਿੰਦੇ ਆ ਕਿ ਸਾਡੇ ਇਦਾਰੇ ਦਾ ਨਾਂ ਡਿਗਨਿਟੀ ਜਿਹੜਾ ਹੈ ਉਹ ਕਾਫੀ ਸਾਰੀ ਕਹਾਣੀ ਵੈਸੇ ਹੀ ਦੱਸ ਦਿੰਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਔਰ ਜਦੋਂ ਅਸੀਂ ਡਿਗਨਿਟੀ ਦੀ ਗੱਲ ਕਰਨੇ ਆ ਔਰ ਜਦੋਂ ਅਸੀਂ ਇਹ ਸਾਰਾ ਬਣਾ ਰਹੇ ਸਾਂ, ਸੋਚ ਰਹੇ ਸਾਂ, ਉਦੋਂ ਸਵਾਲ ਇਹ ਸੀ ਕਿ ਕਿਹੜਾ ਐਸਾ ਤਬਕਾ ਹੈ ਜਿਹਦੀ ਜਿਹੜੀ ਇੱਜ਼ਤ, ਇਹਤਰਾਮ ਔਰ ਤਕੱਦੁਸ ਉਸ ਤਰ੍ਹਾਂ ਨਹੀਂ ਮੰਨਿਆ ਜਾਂਦਾ ਜਿਸ ਤਰ੍ਹਾਂ ਕਿ ਮੰਨਣ ਦਾ ਹੱਕ ਹੈ। ਸਾਨੂੰ ਪਤਾ ਹੈ ਕਿ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਬਾਕੀ ਅਕਲੀਅਤਾਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਮਜ਼ਹਬੀ ਅਕਲੀਅਤਾਂ ਸਿਰਫ ਫਹਿਰਿਸਤ ਨੇ, ਲੇਕਿਨ ਉਹਨਾਂ ਵਾਸਤੇ ਬਹੁਤ ਸਾਰੇ ਇਦਾਰੇ, ਬਹੁਤ ਸਾਰੇ ਦੋਸਤ, ਬਹੁਤ ਸਾਰੇ ਹਕੂਮਤੀ ਇਦਾਰੇ ਵੀ ਮਿਲ ਕੇ ਕੰਮ ਕਰ ਰਹੇ ਸਨ। ਲੇਕਿਨ ਖਾਜਾ ਸਰਾਵਾਂ ਵਾਸਤੇ ਔਰ ਉਹਨਾਂ ਦੇ ਤਕੱਦੁਸ ਵਾਸਤੇ, ਉਹਨਾਂ ਦੇ ਇਹਤਰਾਮ ਵਾਸਤੇ, ਉਹਨਾਂ ਦਾ ਜਿਹੜਾ ਸਟੇਟਸ ਹੈ ਬਹਿਸੀਅਤ ਇਨਸਾਨ, ਬਰਾਬਰੀ ਦਾ ਔਰ ਕਮਤਰੀ ਦਾ ਨਹੀਂ, ਉਹਦੇ ਵਾਸਤੇ ਕੰਮ ਹੋ ਨਹੀਂ ਸੀ ਰਿਹਾ। ਤੇ ਸਾਨੂੰ ਲੱਗਾ ਕਿ ਇਹ ਉਹ ਤਬਕਾ ਹੈ ਜਿਹਦੇ ਉੱਤੇ ਅਸੀਂ ਅਗਰ ਕੰਮ ਕਰਾਂਗੇ ਤੇ ਸ਼ਾਇਦ ਅਸੀਂ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਆਪਣਾ ਹਿੱਸਾ ਪਾ ਸਕਨੇ ਹਾਂ। ਤੇ ਇਹ ਕਹਾਣੀ ਸੀ ਜਿੱਥੋਂ ਅਸੀਂ ਫੋਰਮ ਫॉर ਡਿਗਨਿਟੀ ਇਨੀਸ਼ੀਏਟਿਵ ਨੂੰ ਸਟਾਰਟ ਕੀਤਾ।
मैं बहुत शुक्रगुजार हाँ कि मैनू मौका मिला कि काम मैं शुरू किया और मेरे इदारे च फिर लोग शामिल होंदे गए, मेरे नाल दी सोच रखने वाले शामिल होंदे गए और ਅਸੀਂ ਕੰਮ ਨੂੰ ਕਰਦੇ ਰਹੇ और ਅੱਜ ਕੰਮ ਦੀ ਜੋ ਸੂਰਤ ਹਾਲ ਹੈ ਸਿੱਗੇ ਗੱਲ ਵੀ ਕਰਾਂਗੇ ਤੇ ਤੁਹਾਨੂੰ ਵੀ ਪਤਾ ਹੈ ਕਿ ਅੱਜ ਖਾਜਾ ਸਰਾਵਾਂ ਨੂੰ ਮੁਲਕ ਦੇ ਵਿੱਚ ਇੱਕ ਅਹਿਮ ਹੈਸੀਅਤ ਹਾਸਲ ਹੈ ਉਹਨਾਂ ਦੇ ਬਾਰੇ ਚ ਗੁਫ਼ਤਗੂ ਹੁੰਦੀ ਹੈ ਚਾਹੇ ਉਹ ਤੁਹਾਡਾ ਮੀਡੀਆ ਹੋਏ ਚਾਹੇ ਉਹ ਤੁਹਾਡੇ ਸਿਆਸੀ ਪਾਰਟੀਆਂ ਹੋਣ ਚਾਹੇ ਤੁਹਾਡੇ ਅਦਬੀ ਹਲਕੇ ਹੋਣ ਹਰ ਜਗ੍ਹਾ ਤੇ ਖਾਜਾ ਸਰਾਵਾਂ ਦੇ ਹਕੂਕ ਦੀ ਕਿਸੇ ਨਾ ਕਿਸੇ ਸ਼ਕਲ ਚ ਬਿਹਤਰ ਗੁਫ਼ਤਗੂ ਹੋ ਰਹੀ ਹੈ ਔਰ ਮੇਰਾ ਖਿਆਲ ਹੈ ਕਿ ਇਹੀ ਕਾਮਯਾਬੀ ਔਰ ਸਕੂਨ ਦਾ ਬਾਇਸ ਹੈ ਅੱਛਾ ਉਜ਼ਮਾ ਜਿਹੜਾ ਕਿ ਤੁਹਾਡਾ ਕੰਮ ਹੈ ਜ਼ਾਹਿਰ ਹੈ ਕਿ ਤੁਸੀਂ ਖਾਜਾ ਸਰਾ ਜਿਹੜੇ ਸਾਡੇ ਹੈ ਨੇ ਕਮਿਊਨਿਟੀ ਉਹਨਾਂ ਨਾਲ ਕੰਮ ਕਰਦੇ ਹੋ ਤੇ ਅੱਜ ਤੋਂ 8 ਸਾਲ ਪਹਿਲੇ ਜਦੋਂ ਤੁਸੀਂ ਇਹ ਸੋਚਿਆ ਸੀ ਕਿ ਅਸੀਂ ਇਸ ਮਸਲੇ ਤੇ ਕੰਮ ਕਰਨਾ ਹੈ ਔਰ ਉਹਨਾਂ ਨੂੰ ਜਿਹੜਾ ਹੈ ਮਾਸ਼ਰੇ 'ਚ ਇੱਕ ਤਕੱਦਸ ਔਰ ਉਹਨਾਂ ਦੇ ਇਹਤਰਾਮ ਦੇ ਲਈ ਜਿਹੜਾ ਹੈ ਸਟਰਗਲ ਕਰਨੀ ਹੈ ਤਾਂ ਅੱਜ ਤੋਂ 8 ਸਾਲ ਪਹਿਲਾਂ ਜਦੋਂ ਉਜ਼ਮਾ ਨੇ ਕੰਮ ਸ਼ੁਰੂ ਕੀਤਾ ਸੀ ਉਦੋਂ ਤੇ ਉਜ਼ਮਾ ਬਹੁਤ ਛੋਟੀ ਜਿਹੀ ਇੱਕ ਸੋਹਣੀ ਜਿਹੀ ਕੁੜੀ ਸੀ ਤੇ ਔਰ ਸਾਡੇ ਸੁਸਾਇਟੀ 'ਚ ਜਿਸ ਤਰ੍ਹਾਂ ਦੀ ਸਾਡੇ ਮਤਲਬ ਇੱਥੇ ਸੋਚ ਹੈ ਖਾਸ ਤੌਰ ਤੇ ਸਾਡੇ ਜਿਹੜੇ ਭੈਣ ਭਰਾ ਮੈਂ ਉਹਨਾਂ ਨੂੰ ਕਹਾਂਗੀ ਉਹ ਵੀ ਸਾਡੇ ਵਿੱਚੋਂ ਹੀ ਨੇ ਖਾਜਾ ਸਰਾ ਤੇ ਉਹਨਾਂ ਦੇ ਬਾਰੇ 'ਚ ਜਿਹੜੀ ਸਾਡੇ ਮਾਸ਼ਰੇ ਦੀ ਸੋਚ ਸੀ ਔਰ ਇੱਕ ਇੰਨੀ ਮਤਲਬ ਪੜ੍ਹੀ ਲਿਖੀ ਮਾਡਰਨ ਲੜਕੀ ਔਰ ਛੋਟੀ ਜੀ ਤੇ ਕਿਹੜੀਆਂ-ਕਿਹੜੀਆਂ ਔਕੜਾਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ ਕਿਉਂਕਿ ਇਹ ਕੋਈ ਏਡਾ ਸੌਖਾ ਨਹੀਂ ਸੀ ਉਦੋਂ ਤੇ ਮੇਰਾ ਹਾਲ ਹੈ ਕਿ ਜਿਹੜਾ ਆਮ ਜਿਹੜੇ ਲੋਕ ਨੇ ਜਿਹੜੇ ਆਮ ਸੋਚ ਰੱਖਣ ਵਾਲੇ ਲੋਕ ਨੇ ਉਹ ਤੇ ਸ਼ਾਇਦ ਆਪਣੀ ਬੱਚੀ ਨੂੰ ਕਿਸੇ ਖਾਜਾ ਸਰਾ ਨਾਲ ਗੱਲ ਵੀ ਨਾ ਕਰਨ ਦੇਣ ਕਿ ਬਈ ਤੇਰਾ ਕੀ ਕੰਮ ਹੈ ਉਹਦੇ ਨਾਲ ਤੂੰ ਗੱਲਾਂ ਕਰਨੀ ਪਈ ਤੇ ਤੁਸੀਂ ਤੇ ਉਹਨਾਂ 'ਚ ਕੰਮ ਕੀਤਾ ਉਹਨਾਂ ਨੂੰ ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਲੈ ਕੇ ਚੱਲੇ ਤੇ ਇਹ ਜ਼ਰਾ ਇਹ ਵੀ ਦੱਸੋ ਕਿ ਇਹ ਸਫ਼ਰ ਤੈਅ ਕਿੰਜ ਕੀਤਾ ਅੱਛਾ ਤਾਇਰਾਬਾ ਤੁਹਾਨੂੰ ਬੜਾ ਤਾਜੁਬ ਹੋਏਗਾ ਸੁਣ ਕੇ ਕਿ ਜਦੋਂ ਮੈਂ ਕੰਮ ਸ਼ੁਰੂ ਕੀਤਾ ਨਾ ਤੇ ਆਮ ਤੌਰ ਤੇ ਰਾਏ ਐਸੀ ਕਿ ਜਿਹੜੇ ਬਜ਼ੁਰਗ ਲੋਕ ਹੋਣਗੇ ਜਾਂ ਜਿਹੜੇ ਉਧੇੜ ਉਮਰ ਲੋਕ ਹੋਣਗੇ ਜਿਨ੍ਹਾਂ ਨੂੰ ਕਦੀ ਤਾਲੀਮ ਹਾਸਲ ਕਰਨ ਦਾ ਮੌਕਾ ਨਹੀਂ ਮਿਲਿਆ ਹੋਏਗਾ ਨਾ ਖਾਂਦਾ ਹੋਣਗੇ ਤੇ ਸ਼ਾਇਦ ਉਹ ਮੇਰੇ ਕੰਮ ਨੂੰ ਮੈਨੂੰ ਬਹਿਸੀਅਤ ਇੱਕ ਕੁੜੀ ਸਮਝ ਕੇ ਜਾਂ ਬਹਿਸੀਅਤ ਇੱਕ ਤੁਹਾਨੂੰ ਪਤਾ ਹੈ ਮੇਰੇ ਫੈਮਿਲੀ ਦੇ ਬੈਕਗ੍ਰਾਉਂਡ ਦਾ ਵੀ ਪਤਾ ਹੈ ਕਿ ਮੇਰੇ ਵਾਲਿਦ ਸਾਹਿਬ ਕਾਫੀ ਜ਼ਿਆਦਾ ਦੀਨ ਨਾਲ ਰਗਬਤ ਰੱਖਦੇ ਸਨ ਉਸ ਤਮਾਮ ਬੈਕਗ੍ਰਾਉਂਡ ਨੂੰ ਜਾਣਿਆ ਹੋਇਆ ਕਿ ਜੀ ਅੱਛਾ ਜੀ ਇਹਨਾਂ ਦੀ ਇੱਕੋ ਇੱਕ ਧੀ ਹੈ ਤੇ ਫਿਰ ਉਹ ਵੀ ਜਿਹੜੀ ਹੈ ਉਹ ਖੁਸਰਿਆਂ ਵੱਲ ਲੱਗ ਪਈ ਹੈ ਤੁਹਾਨੂੰ ਪਤਾ ਹੈ ਕਿ ਅਲਫਾਜ਼ ਇਸ ਤਰ੍ਹਾਂ ਦੇ ਇਸਤੇਮਾਲ ਹੁੰਦੇ ਸਨ ਲੇਕਿਨ ਮੇਰੇ ਹੈਰਾਨਗੀ ਦੀ ਹੱਦ ਤੱਕ ਹੋਇਆ ਇਹ ਕਿ ਜਿਹੜਾ ਪੜ੍ਹਿਆ ਲਿਖਿਆ ਤਬਕਾ ਸੀ ਜਿਹੜਾ ਜਵਾਨ ਸੀ ਜਿਹੜਾ ਮੇਰੀ ਉਮਰ ਦੇ ਅੱਗੇ ਲਾਗੇ ਲੋਕ ਸਨ ਉਹਨਾਂ ਨੇ ਮੈਨੂੰ ਜ਼ਿਆਦਾ ਤਨਕੀਦ ਕੀਤੀ ਉਹ ਜਿਹੜੇ ਉਧੇੜ ਉਮਰ ਨਾ ਖਾਂਦਾ ਲੋਕ ਸਨ ਉਹਨਾਂ ਨੇ ਮੇਰੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਕਿ ਇਹ ਤੇ ਬਹੁਤ ਅੱਛਾ ਕੰਮ ਹੈ ਔਰ ਮੈਂ ਸਮਝ ਨਹੀਂ ਆ ਕਿ ਇਹ ਐਪਰੀਸੀਏਸ਼ਨ ਕਿੱਥੋਂ ਆ ਰਹੀ ਸੀ ਕਿਉਂਕਿ ਉਹਨਾਂ ਨੇ ਸਕਾਫਤੀ ਤੌਰ ਤੇ ਹਮੇਸ਼ਾ ਹਾਜਾ ਸਰਾ ਦੇ ਕਿਰਦਾਰ ਨੂੰ ਇੱਕ ਬੇਜ਼ਰਰ ਫਰਦ ਸਮਝਿਆ ਹੈ ਮਾਸ਼ਰੇ ਦਾ ਉਹਨਾਂ ਨੂੰ ਸ਼ਾਇਦ ਇਹ ਸਮਝ ਬੂਝ ਨਹੀਂ ਸੀ ਕਿ ਖਾਜਾ ਸਰਾ ਆਪਣੀ ਸ਼ਨਾਖਤ ਵਾਸਤੇ ਲੜਾਈ ਕੀ ਕਰ ਰਹੇ ਨੇ ਉਹ ਜਿਸਮਾਨੀ ਤੌਰ ਤੇ ਜਦੋਂ ਪੈਦਾ ਹੋਏ ਸਨ ਤੇ ਉਹ ਮਰਦ ਸਨ ਜਾਂ ਹੁਣ ਔਰਤ ਬਣਨਾ ਚਾਹੁੰਦੇ ਨੇ ਜਾਂ ਔਰਤ ਪੈਦਾ ਹੋਏ ਸਨ ਤੇ ਮਰਦ ਬਣਨਾ ਚਾਹੁੰਦੇ ਨੇ ਕਤਾਏ ਨਜ਼ਰ ਇਹਨਾਂ ਤਮਾਮ ਮਾਮਲਾ ਤੋਂ ਮੈਨੂੰ ਉਧੇੜ ਔਰ ਬਜ਼ੁਰਗ ਜਿਹੜੇ ਲੋਕ ਸਨ ਉਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਐਪਰੀਸੀਏਸ਼ਨ ਮਿਲੀ ਮੇਰੇ ਕੰਮ ਨੂੰ ਉਹਨਾਂ ਨੇ ਬੜੀ ਹੌਸਲਾ ਅਫਜ਼ਾਈ ਕੀਤੀ ਜਿਹੜਾ ਤਬਕਾ ਸੀ ਨਾ ਜਿਨ੍ਹਾਂ ਨੇ ਕੋਈ ਜਮਾਤਾਂ ਪੜ੍ਹੀਆਂ ਸਨ ਯੂਨੀਵਰਸਿਟੀਆਂ 'ਚ ਗਏ ਸਨ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਇਹ ਜਿਹੜਾ ਕੰਮ ਹੈ ਨਾ ਇਹ ਤੇ ਤੇਰੀ ਆਪਣੀ ਅਖਲਾਕੀਅਤ ਖਰਾਬ ਹੋ ਜਾਏਗੀ ਉਹਨਾਂ ਦੀ ਜ਼ੁਬਾਨ 'ਚ ਤੂੰ ਬੈਠੇਂਗੀ ਤੂੰ ਤੇ ਆਹਿਸਤਾ ਆਹਿਸਤਾ ਤੂੰ ਨਸ਼ੇ ਸ਼ੁਰੂ ਕਰ ਦੇਂਗੀ ਔਰ ਬੁਰੇ ਲੋਕ ਤੇਰਾ ਪਿੱਛਾ ਕਰਨਗੇ ਮੇਰੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਫੇਸਬੁੱਕ ਤੇ ਜਾ ਕੇ ਅਨਫ੍ਰੈਂਡ ਕਰ ਦਿੱਤਾ ਉਸ ਟਾਈਮ 'ਚ ਇੰਸਟਾਗ੍ਰਾਮ ਵਗੈਰਾ ਇੰਨੇ ਨਹੀਂ ਸੀ ਬਸ ਫੇਸਬੁੱਕ ਹੀ ਸੀ ਉਹਨਾਂ ਮੈਨੂੰ ਅਨਫ੍ਰੈਂਡ ਕਰਤਾ ਤੇ ਉਹਨਾਂ ਨੇ ਕਿਹਾ ਜੀ ਸਾਡੇ ਜਦੋਂ ਦੋਸਤਾਂ 'ਚ ਆਏ ਨਾ ਤੇ ਫਿਰ ਜਦੋਂ ਅਸੀਂ ਸੋਸ਼ਲ ਈਵਨਿੰਗ ਕਰਨੇ ਆ ਜਾਂ ਸਮਾਜੀ ਸਾਡੇ ਜਿਹੜੀਆਂ ਗੁਫ਼ਤਗੂ ਹੁੰਦੀ ਹੈ ਮੇਲ ਜੋਲ ਹੁੰਦਾ ਉਹਨੇ ਕਿਹਾ ਤੂੰ ਹੋਰ ਸਾਰੀਆਂ ਗੱਲਾਂ ਕਰੀ ਤੇ ਖਾਜਾ ਸਰਾਵਾਂ ਦੇ ਬਾਰੇ 'ਚ ਗੱਲ ਨਾ ਕਰੀ ਉਹਨਾਂ ਨੂੰ ਲੱਗਦਾ ਸੀ ਕਿ ਬਾਇਸੀ ਸ਼ਰਮਿੰਦਗੀ ਹੈ ਕਿ ਅੱਛਾ ਸਾਡੀ ਸਹੇਲੀ ਹੈ ਜਾਂ ਸਾਡੀ ਦੋਸਤ ਹੈ ਤੇ ਉਹ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਔਰ ਇਹ ਬੜਾ ਮੁਸ਼ਕਲ ਕੰਮ ਸੀ ਇਹ ਤੇ ਸਮਾਜੀ ਰਵੱਈਏ ਦੀ ਗੱਲ ਸੀ ਤੇ ਦੂਸਰੀ ਗੱਲ ਇਹ ਸੀ ਕਿ ਲੋਕ ਮੈਨੂੰ ਕਹਿੰਦੇ ਸਨ ਤੇਰੇ ਭਰਾਵਾਂ ਨੂੰ ਤੇ ਕਿਸੇ ਨੇ ਕੁੜੀ ਨਹੀਂ ਦੇਣੀ ਉਹਨਾਂ ਕਹਿਣਾ ਜੀ ਇਹਨਾਂ ਦੀ ਭੈਣ ਤੇ ਖੁਸਰਿਆਂ ਨਾਲ ਕੰਮ ਕਰਦੀ ਹੈ ਔਰ ਵਾਕਈ ਜਦੋਂ ਅਸੀਂ ਆਪਣੇ ਭਰਾਵਾਂ ਦੇ ਵਾਸਤੇ ਪ੍ਰਪੋਜ਼ਲ ਵੇਖ ਰਹੇ ਸਾਂ ਤੇ ਕੁਝ ਫੈਮਲੀਆਂ ਨੇ ਇਸ ਤਰ੍ਹਾਂ ਨੇ ਕਮੈਂਟ ਕੀਤੇ ਵੀ ਜੀ ਕਿ ਇੱਕ ਤੇ ਸਾਨੂੰ ਇਹ ਮੁਸ਼ਕਿਲ ਕੰਮ ਲੱਗਦਾ ਹੈ ਕਿ ਲੜਕਿਆਂ ਦੀ ਭੈਣ ਐਨਜੀਓ ਚਲਾਉਂਦੀ ਹੈ ਤੇ ਉਤੋਂ ਵੀ ਫਿਰ ਖੁਸਰਿਆਂ ਦੇ ਕੰਮ ਕਰਦੀ ਹੈ ਮਤਲਬ ਲੋਕ ਬਹੁਤ ਸਫਾਕ ਕਿਸਮ ਦੇ ਕਮੈਂਟਸ ਦੇਣਾ ਬਹੁਤ ਗੈਰ ਹਸਾਸ ਇਨਸੈਂਸਿਟਿਵ ਗੁਫ਼ਤਗੂ ਕਰਨਾ ਤੇ ਇਹ तमाम ਚੀਜ਼ਾਂ ਮੇਰੇ ਸਫ਼ਰ ਦਾ ਹਿੱਸਾ ਰਹੀਆਂ ਨੇ ਔਰ ਹੁਣ ਆ ਕੇ ਥੋੜੀ ਸਾਰੀ ਸੋਚ ਬਦਲੀ ਔਰ ਹਰ ਬੰਦੇ ਨੇ ਚਾਹੇ ਉਹ ਸਰਕਾਰੀ ਅਫਸਰ ਹੈ ਉਹ ਗੈਰ ਸਰਕਾਰੀ ਅਫਸਰ ਹੈ ਉਹ ਸੰਜੀਦਾ ਬੰਦਾ ਨਜ਼ਰ ਆਉਂਦਾ ਤੁਹਾਨੂੰ ਉਹਨੇ ਮੈਨੂੰ ਸਵਾਲ ਇਹ ਹੀ ਪੁੱਛਣਾ ਹੈ ਕਿ
ਇਹ ਜਿਹੜੇ ਖਾਜਾ ਸਰਾ ਨੇ ਸੈਕਸ ਕਿਵੇਂ ਕਰਦੇ ਨੇ। ਤੇ ਤੁਹਾਨੂੰ ਪਤਾ ਹੈ ਕਿ ਖਾਤੂਨ ਵਾਸਤੇ ਜਾਂ ਇੱਕ ਮਰਦ ਵਾਸਤੇ, ਸੁਲਝੇ ਇਨਸਾਨ ਵਾਸਤੇ ਇਸ ਤਰ੍ਹਾਂ ਦਾ ਸਵਾਲ ਬਗੈਰ ਕਿਸੇ ਕੰਟੈਕਸਟ ਤੋਂ ਪੁੱਛਣਾ ਬੜਾ ਐਮਬੈਰਸਿੰਗ ਹੁੰਦਾ ਹੈ ਕਿ ਤੁਸੀਂ ਗੱਲ ਕਰਨ ਆਏ ਹੋ ਹਕੂਕ ਦੇ ਬਾਰੇ ਚ, ਤਾਲੀਮ ਦੇ ਹੱਕ ਦੇ ਬਾਰੇ ਦੀ ਗੱਲ ਕਰ ਰਹੇ ਹੋ, ਸਿਹਤ ਦੇ ਹੱਕ ਦੀ ਬਾਰੇ ਦੀ ਗੱਲ ਕਰ ਰਹੇ ਹੋ, ਸਮਾਜੀ ਮੇਲਜੋਲ ਦੇ ਹੱਕ ਦੀ ਗੱਲ ਕਰ ਰਹੇ ਹੋ, ਤੇ ਤੁਸੀਂ ਅੱਗੋਂ ਮੈਨੂੰ ਇਤਨਾ ਸਵਾਲ, ਇਹ ਇਸ ਚੀਜ਼ ਨੂੰ ਵੀ ਇੰਡੀਕੇਟ ਕਰਦਾ ਕਿ ਅਸੀਂ ਖਾਜਾ ਸਰਾਵਾਂ ਨੂੰ ਕਿੱਥੇ ਰੱਖਿਆ ਸੀ। ਮਤਲਬ ਅਸੀਂ ਸਾਰੀ ਜ਼ਿੰਦਗੀ ਬਹਿਸੀਅਤ ਕੌਮ ਉਹਨਾਂ ਦੇ ਕਸੂਰਵਾਰ ਆ ਕਿ ਅਸੀਂ ਉਹਨਾਂ ਨੂੰ ਉਹ ਸਟੇਟਸ, ਉਹ ਰਿਸਪੈਕਟ, ਉਹ ਤਕੱਦੁਸ ਜਿਹਦੇ ਉਹ ਹੱਕਦਾਰ ਨੇ ਬਹਿਸੀਅਤ ਇਨਸਾਨ, ਅਸੀਂ ਨਹੀਂ ਦਿੱਤਾ। ਇਹ ਮੇਰੇ ਸਫ਼ਰ ਦੇ ਵਿੱਚ ਇਹ ਚੀਜ਼ ਸ਼ਾਮਿਲ ਰਹੀ ਹੈ ਔਰ ਹਲੇ ਵੀ ਅਕਸਰ ਲੋਕ ਇਸ ਚੀਜ਼ ਤੋਂ ਬਾਜ਼ ਨਹੀਂ ਆਉਂਦੇ। ਅੱਛਾ ਉਜ਼ਮਾ, ਜਿਸ ਤਰ੍ਹਾਂ ਕਿ ਤੁਸੀਂ ਬਹੁਤ ਸਾਰੇ ਜਿਹੜੇ ਉਹ ਖਵਾਜਾ ਸਰਾਦ ਦੇ ਹਕੂਕ ਦੇ ਲਈ ਬਹੁਤ ਸਾਰੇ ਕੰਮ, ਖਾਸ ਤੌਰ ਤੇ ਉਹਨਾਂ ਦਾ ਜਿਸ ਤਰ੍ਹਾਂ ਸ਼ਨਾਖਤੀ ਕਾਰਡ ਉਹਨਾਂ ਦਾ ਆਪਣਾ ਬਣਨਾ ਜਾਂ ਉਹਨਾਂ ਨੂੰ ਵੋਟ ਦਾ ਹੱਕ ਮਿਲਣਾ, ਇਹ ਸਾਰਾ ਤੁਸੀਂ ਬਹੁਤ ਸਾਰਾ ਕੁਝ ਅਚੀਵ ਕੀਤਾ ਹੈ। ਤੇ ਹੁਣ ਜਿਸ ਤਰ੍ਹਾਂ ਕਿ FDI ਦਾ, ਜਿਸ ਤਰ੍ਹਾਂ ਤੁਸੀਂ ਹੁਣ ਖਵਾਜਾ ਸਰਾ ਦੇ ਨਾਲ ਤੁਸੀਂ ਯੂਥ ਦੇ ਨਾਲ ਵੀ ਇੰਗੇਜ ਹੋ ਰਹੇ ਹੋ ਔਰ ਯੂਥ ਵਿੱਚ ਵੀ ਗਰਲ ਜਿਹੜੀ ਸਾਡੀਆਂ ਬੱਚੀਆਂ ਨੇ ਬਾਲਗ ਹੋ ਰਹੀਆਂ ਨੇ ਜਾਂ ਹੋ ਚੁੱਕੀਆਂ ਨੇ, ਉਹਨਾਂ ਦੀ ਸਿਹਤ, ਉਹਨਾਂ ਦੇ ਜਿਹੜੇ ਰੀਪਰੋਡਕਟਿਵ ਰਾਈਟਸ ਨੇ ਉਹਦੇ ਹਵਾਲੇ ਨਾਲ ਤੁਸੀਂ ਬੱਚੀਆਂ ਔਰ ਬੱਚਿਆਂ ਯਾਨੀ ਨੌਜਵਾਨਾਂ ਨਾਲ, ਬॉयਜ਼ ਔਰ ਗਰਲਸ ਦੋਨਾਂ ਨਾਲ ਤੁਸੀਂ ਇੰਗੇਜ ਹੁੰਦੇ ਹੋ। ਤੇ ਤੁਸੀਂ ਇਹਦੇ ਵਿੱਚ ਕੀ ਕਰ ਰਹੇ ਹੋ? ਮਤਲਬ ਹੁਣ FDI ਦਾ ਡਿਸਕੋਰਸ ਕੀ ਹੈ ਜਾਂ FDI ਦੀ ਹੁਣ ਅਪਰੋਚ ਕੀ ਹੈ? ਕਿਉਂਕਿ ਤੁਸੀਂ ਇੱਕ ਸਰਟਨ ਲੈਵਲ ਦੇ ਜਿਹੜੇ ਮਾਈਲਸਟੋਨ ਸਨ ਸਾਡੇ ਖਵਾਜਾ ਸਰਾ ਭੈਣ ਭਰਾਵਾਂ ਲਈ, ਉਹ ਤੁਸੀਂ ਅਚੀਵ ਕੀਤੇ ਨੇ। ਤੇ ਹੁਣ ਤੁਸੀਂ ਅੱਗੇ ਕਿਸ ਤਰ੍ਹਾਂ FDI ਨੂੰ ਲੈ ਕੇ ਚੱਲ ਰਹੇ ਹੋ ਔਰ ਕਿਸ ਤਰ੍ਹਾਂ ਤੁਸੀਂ ਜਿਹੜਾ ਹੈ ਉਹ ਕੰਮ ਕਰ ਰਹੇ ਹੋ? ਅੱਛਾ ਤਾਇਰਾ, ਆਪਾਂ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ, ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਕਿ ਐਸੀ ਨਵਾਂ ਕੰਮ ਸ਼ੁਰੂ ਕੀਤਾ ਹੈ। ਲੇਕਿਨ ਜਦੋਂ ਅਸੀਂ FDI ਦਾ ਮਨਸ਼ੂਰ ਬਣਾਇਆ ਸੀ 2013 ਚ, ਜਿਹੜਾ ਉਹਦਾ ਪਹਿਲਾ ਮਨਸ਼ੂਰ ਹੈ ਉਹਦੇ ਅੰਦਰ ਹੀ ਨੌਜਵਾਨ, ਖਵਾਤੀਨ ਤੇ ਖਾਜਾ ਸਰਾ ਸ਼ਾਮਿਲ ਸਨ ਕਿ ਅਸੀਂ ਇਹਨਾਂ ਤਿੰਨਾਂ ਤਬਕਿਆਂ ਵਾਸਤੇ ਕੰਮ ਕਰਾਂਗੇ। ਮਸਲਾ ਇਹ ਹੋਇਆ ਕਿ ਖਾਜਾ ਸਰਾਵਾਂ ਵਾਸਤੇ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਨਾ, ਉਹਨੇ ਸਾਰੀ ਸਾਡੀ ਤਵਾਨਾਈ ਲੈ ਲਈ, ਉਹਨੇ ਸਾਨੂੰ ਕਿਸੇ ਹੋਰ ਪਾਸੇ ਵੇਖਣ ਹੀ ਨਹੀਂ ਦਿੱਤਾ ਸੱਜੇ ਖੱਬੇ। ਇਤਨਾ ਮੁਸ਼ਕਿਲ ਕੰਮ ਸੀ ਔਰ ਮੁਸ਼ਕਿਲ ਇਸ ਵਜ੍ਹਾ ਤੋਂ ਵੀ ਸੀ ਕਿ ਇੱਕ ਤੇ ਮਾਸ਼ਰਤੀ ਰਵੱਈਏ ਜਿਹਦੀ ਅਸੀਂ ਅੱਗੇ ਗੱਲ ਕੀਤੀ ਹੈ, ਦੂਸਰੇ ਮਾਸ਼ੀ ਮਸਾਇਲ। ਤੁਹਾਡੇ ਕੋਲ ਪੈਸੇ ਹੀ ਨਹੀਂ ਹੈ, ਇਹ ਜਿਹੜੇ ਇਦਾਰੇ ਨੇ ਜਿਹੜੇ ਫੰਡਿੰਗ ਕਰਦੇ ਨੇ ਉਹਨਾਂ ਨੇ ਹਲੇ ਤੱਕ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਹੀ ਨਹੀਂ ਕੀਤਾ। ਜਿਹੜੀ ਤੁਹਾਡੀ ਹਕੂਮਤ ਹੈ ਉਸ ਟਾਈਮ ਉਹ ਵੀ ਸੰਜੀਦਾ ਨਹੀਂ, ਤੇ ਤੁਸੀਂ ਪੈਸਾ ਕਿੱਥੋਂ ਲਿਆਓਗੇ? ਮੇਰੇ ਅੱਬਾ ਜੀ ਨੂੰ ਅੱਲਾਹ ਤਾਲਾ ਜੰਨਤ 'ਚ ਘਰ ਦੇਵੇ, ਉਹਨਾਂ ਦੀ ਮਗਫਰਤ ਫਰਮਾਏ, ਉਹਨਾਂ ਦੀ ਜੇਬ 'ਚੋਂ ਪੈਸੇ ਕੱਢ ਕੇ ਮੈਂ 5 ਸਾਲ ਅਦਾਰਾ ਚਲਾਇਆ। ਮੇਰੇ ਦਫ਼ਤਰ ਦਾ ਟੇਬਲ ਵੀ ਉਹ ਖਰੀਦ ਕੇ ਦੇ ਰਹੇ ਨੇ, ਲੈਪਟਾਪ ਵੀ ਖਰੀਦ ਕੇ ਦੇ ਰਹੇ ਨੇ, ਦਫ਼ਤਰ ਦੇ ਬਿੱਲ ਵੀ ਦੇ ਰਹੇ ਨੇ। ਉਹ ਜਿਹੜਾ 2-3 ਅਸੀਂ ਸਟਾਫ ਰੱਖੇ ਸਨ ਥੋੜੇ ਬਹੁਤ ਪੈਸਿਆਂ ਤੇ ਉਹ ਤਨਖਾਹਾਂ ਵੀ ਮੇਰੇ ਅੱਬਾ ਜੀ ਦਿੰਦੇ ਸਨ। ਤੇ ਇਸ ਤਰ੍ਹਾਂ ਕੰਮ ਚੱਲ ਰਿਹਾ ਸੀ ਤੇ ਸਾਨੂੰ ਤੇ ਫੁਰਸਤ ਹੀ ਨਹੀਂ ਮਿਲੀ ਕਿ ਅਸੀਂ ਖਵਾਤੀਨ ਔਰ ਨੌਜਵਾਨਾਂ ਤੇ ਕੰਮ ਕਰ ਸਕੀਏ। ਹੁਣ ਅਸੀਂ ਇਹ ਸਮਝਦੇ ਹਾਂ ਕਿ ਇਤਨੇ ਸਾਲਾਂ ਦੀ ਐਫਰਟ ਤੋਂ ਬਾਅਦ ਖਾਜਾ ਸਰਾਵਾਂ ਦਾ ਜਿਹੜਾ ਕੰਮ ਹੈ, ਜੇ ਉਹਨਾਂ ਦੇ ਹਕੂਕ ਦੀ ਬਹਾਲੀ ਹੈ, ਖਾਸ ਤੌਰ ਤੇ ਜਦੋਂ ਇਹ ਕਾਨੂੰਨ ਮਨਜ਼ੂਰ ਹੋਇਆ 2018 ਚ, ਤੇ ਚੀਜ਼ਾਂ ਕਾਫੀ ਸਟ੍ਰੀਮਲਾਈਨ ਹੋ ਗਈਆਂ ਨੇ, ਕਾਫੀ ਸਿੱਧੀਆਂ ਹੋ ਗਈਆਂ ਨੇ। ਔਰ ਹੁਣ FTA ਦਾ ਕਿਰਦਾਰ ਇਹ ਬਣਦਾ ਹੈ ਕਿ ਇਸ ਗਰੁੱਪ ਨੂੰ, ਇਸ ਤਬਕੇ ਨੂੰ ਅਸੀਂ ਮੇਨ ਸਟ੍ਰੀਮ ਜਿਹੜਾ ਆਮ ਮਾਸ਼ਰਾ ਹੈ ਉਹਦੇ ਨਾਲ ਜੋੜੀਏ। ਉਹਦੇ ਨਾਲ ਜੋੜਨ ਵਾਸਤੇ ਅਸੀਂ ਇਹ ਕਰਨੇ ਆ ਕਿ ਜਿੱਥੇ ਅਸੀਂ ਨੌਜਵਾਨ ਲੜਕੀਆਂ ਗੈਰ ਖਾਜਾ ਸਰਾ ਨੇ, ਉਹਨਾਂ ਦੇ ਨਾਲ ਅਸੀਂ ਖਾਜਾ ਸਰਾ ਨੂੰ ਮਿਲਾ ਕੇ ਇਕੱਠਾ ਕੰਮ ਕਰਨੇ ਪਏ ਆ। ਤੇ ਉਹ ਜਿਹੜਾ ਤੁਸੀਂ ਕੰਮ ਦੱਸਿਆ, ਇਹਦੇ ਚ ਸਾਡੇ ਬੁਨਿਆਦੀ ਅਸੀਂ 3 ਕਿਸਮ ਦਾ ਕੰਮ ਕਰਨੇ ਆ। ਇੱਕ ਤੇ ਅਸੀਂ ਪਹਿਲੇ ਤਹਿਕੀਕ ਕਰਨੇ ਆ, ਕਿਉਂਕਿ ਅਸੀਂ ਰਿਸਰਚ ਦਾ ਅਦਾਰਾ ਵਾ, ਉਹਦੇ ਉੱਤੇ ਫਿਰ ਅਸੀਂ ਐਡਵੋਕੇਸੀ ਪਲਾਨ ਕਰਨੇ ਆ ਔਰ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਨਾ ਸਲਾਹੀਅਤ ਵਧਾਉਣ ਵਾਸਤੇ ਕੈਪੈਸਿਟੀ ਸਟਰੈਂਥਨਿੰਗ ਦਾ ਕੰਮ ਕਰਨੇ ਆ। ਤੇ ਜਿਹੜੇ ਇਸ਼ੂਸ ਤੇ ਅਸੀਂ ਕੰਮ ਕਰਨੇ ਆ ਉਹ ਵੇ ਐਜੂਕੇਸ਼ਨ ਹੈ। ਐਜੂਕੇਸ਼ਨ ਜਿਹੜੀ ਉਹਦੇ ਚ ਨਾ ਸਿਰਫ ਕਿ ਫਾਰਮਲ ਇਨਫਾਰਮਲ, ਬਲਕਿ ਜਿਹੜੀ ਜਿਨਸੀ ਔਰ ਤੌਲੀਦੀ ਸਿਹਤ ਹੈ ਉਹਦੇ ਬਾਰੇ ਚ ਇਲਮ ਦੇਣਾ ਬੱਚਿਆਂ ਨੂੰ, ਪਾਲਿਸੀ ਮੇਕਰਸ ਦੇ ਨਾਲ ਕੰਮ ਕਰਨਾ ਤਾਂ ਕਿ ਜਦੋਂ ਫੈਸਲਾ ਸਾਜ਼ੀ ਹੋ ਰਹੀ ਹੈ ਉੱਥੇ ਵੀ ਲੋਕਾਂ ਨੂੰ ਪਤਾ ਹੋਏ ਕਿ ਨੌਜਵਾਨ ਬੱਚੀਆਂ ਖਾਜਾ ਸਰਾਵਾਂ ਦੇ ਕੀ ਮਸਾਇਲ ਨੇ। ਔਰ ਤੀਸਰਾ ਅਹਿਮ ਮਾਮਲਾ ਜਿਹੜਾ ਅਸੀਂ ਇੰਨਾ ਜ਼ਿਆਦਾ ਕਰ ਨਹੀਂ ਪਾਏ ਹਲੇ ਤੱਕ, ਜਿੱਥੇ ਅਸੀਂ ਲੱਗੇ ਆ, ਉਹ ਇਹ ਵੇ ਕਿ ਜਿਹੜੇ ਤਨਾਜ਼ਾਤ ਵਾਲੇ ਇਲਾਕੇ ਨੇ, ਜਿਹੜੇ ਕੌਨਫਲਿਕਟ ਜ਼ੋਨ ਨੇ, ਉਹਦੇ ਵਿੱਚ ਜਿਹੜੀ ਖਵਾਤੀਨ ਔਰ ਖਾਜਾ ਸਰਾ ਔਰ ਜਿਹੜੇ ਤਬਕੇ ਨੇ ਮਹਿਰੂਮ, ਇਹਨਾਂ ਦੇ ਹਕੂਕ ਦੀ ਬਹਾਲੀ ਨੂੰ ਅਸੀਂ ਕਿਸ ਤਰ੍ਹਾਂ ਮੁਮਕਿਨ ਕਰੀਏ। ਤੇ ਸਾਨੂੰ ਜਿਹੜੀ ਸਭ ਤੋਂ ਜ਼ਿਆਦਾ ਕਾਮਯਾਬੀ ਅੱਜ ਤੱਕ ਮਿਲੀ ਉਹ ਜਿਨਸੀ ਔਰ ਤੌਲੀਦੀ ਔਰ ਸਿਆਸੀ ਸ਼ਮੂਲੀਅਤ, ਇਹ 2 ਕੰਮਾਂ 'ਚ FTI ਨੂੰ ਮਾਸ਼ਾਅੱਲਾ ਕਾਫੀ ਜ਼ਿਆਦਾ ਕਾਮਯਾਬੀ ਮਿਲੀ ਹੈ। ਅਸੀਂ ਬਹੁਤ ਸਾਰਾ ਡਾਟਾ ਜਿਹੜਾ ਉਹ ਅਸੀਂ ਕੰਪਾਈਲ ਕੀਤਾ ਹੈ, ਅਸੀਂ ਬਹੁਤ ਸਾਰੇ ਰਿਸਰਚ ਦੇ ਪ੍ਰੋਜੈਕਟ ਕੀਤੇ ਨੇ, ਅਸੀਂ ਉਹਨਾਂ ਚੀਜ਼ਾਂ ਨੂੰ ਫਿਰ ਹਕੂਮਤ ਦੇ ਨਾਲ ਸ਼ੇਅਰ ਕੀਤਾ ਹੈ, ਪਾਲਿਸੀ ਮੇਕਰਸ ਦੇ ਨਾਲ ਸ਼ੇਅਰ ਕੀਤਾ ਹੈ ਔਰ ਕਾਫੀ ਬਿਹਤਰ ਤਬਦੀਲੀਆਂ ਲਿਆਉਣ 'ਚ ਅਸੀਂ ਕਾਮਯਾਬ ਹੋਏ ਹਾਂ,
ਜਿਹਦੇ ਵਿੱਚ ਇੱਕ ਤਬਦੀਲੀ ਇਹ ਵੇ ਕਿ ਬਲੋਚਿਸਤਾਨ ਜਿਹੜਾ ਹੈ ਉਹਨੇ ਪਹਿਲਾ ਯੂਥ ਫ੍ਰੈਂਡਲੀ ਹੈਲਥ ਸਰਵਿਸ ਜਿਹਨੂੰ ਦੋ ਸਿਹਤ ਜਵਾਨ ਸਿਹਤ ਮਰਕਜ਼ ਕਹੀਦਾ ਹੈ ਉਹ ਕਾਇਮ ਕਰਨ ਦੀ ਰਜ਼ਾਮੰਦੀ ਕੀਤੀ ਔਰ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਉਹਦਾ ਮਤਲਬ ਇਹ ਹੋਏਗਾ ਕਿ ਨੌਜਵਾਨ ਬੱਚੀਆਂ ਔਰ ਬੱਚੇ ਜਿਹੜੇ ਨੇ ਉਹ ਪੂਰੀ ਰਾਜ਼ਦਾਰੀ ਦੇ ਨਾਲ ਤਹਫੁਜ਼ ਦੇ ਨਾਲ ਜਾ ਕੇ ਆਪਣੇ ਮਸਾਇਲ ਜਿਹੜੇ ਉਹਨਾਂ ਨੂੰ ਬਲੂਗਤ ਦੇ ਦੌਰ ਚ ਆਉਂਦੇ ਨੇ ਔਰ ਉਹ ਫਿਰ ਉਹ ਗਲਤ ਹੱਥਾਂ 'ਚ ਚੜ ਜਾਂਦੇ ਨੇ, ਅਤਾਈ ਹਕੀਮਾਂ ਦੇ ਹੱਥੇ ਚੜ ਜਾਂਦੇ ਨੇ ਜਾਂ ਬੱਚੇ ਆਪਸ 'ਚ ਇੱਕ ਦੂਸਰੇ ਨੂੰ ਐਕਸਪਲੋਇਟ ਕਰਦੇ ਨੇ। तो जिन्ने भी ਤੁਹਾਡੇ ਫਿਜ਼ੀਓਲੋਜੀਕਲ ਚੇਂजेस ਆ ਰਹੇ ਨੇ ਜਿਸਮ ਦੇ ਅੰਦਰ ਆ ਰਹੇ ਨੇ ਹਾਰਮੋਨਸ ਦੀ ਵਜ੍ਹਾ ਤੋਂ ਆ ਰਹੇ ਨੇ तो ਬੱਚੇ ਜਾ ਕੇ ਬਿਹਤਰ ਟ੍ਰੇਨ ਡਾਕਟਰ ਕੋਲ ਰਹਿਨੁਮਾਈ ਲੈ ਸਕਣਗੇ। ਸਾਡੇ ਵਾਸਤੇ ਬਹੁਤ ਵੱਡੀ ਸਕਸੈਸ ਹੈ। ਯਕੀਨਨ। ਅੱਛਾ ਉਸਮਤ, ਚੂੰਕਿ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਖਾਸ ਤੌਰ ਤੇ ਨੌਜਵਾਨਾਂ ਦੀ ਔਰ ਸਾਡੇ ਜਿਹੜੇ ਖਵਾਜਾ ਸਰਾਜ ਨੇ ਉਹਨਾਂ ਦੀ ਜਿਨਸੀ ਔਰ ਤੌਲੀਦੀ ਸਿਹਤ ਤੇ ਆਮ ਤੌਰ ਤੇ ਸਾਡੇ ਹਾਂ ਇਸ ਮੌਜੂ ਤੇ ਗੱਲ ਕਰਨ ਨੂੰ ਇੱਕ ਸ਼ਜਰੇ ਮਮਨੂਆ ਕਹਿ ਲਓ ਜਾਂ ਟੈਬੂ ਕਹਿ ਲਓ ਜਾਂ ਇਹਦੇ ਬਾਰੇ ਚ ਨਾ ਗੱਲ ਕਰਨਾ ਹੀ ਅਜੀਬ ਸਮਝਿਆ ਜਾਂਦਾ ਜਾਂ ਜਿਹੜੇ ਲੋਕ ਕੰਮ ਉਹਦੇ ਤੇ ਗੱਲ ਕਰਦੇ ਨੇ ਤੇ ਉਹ ਜਦੋਂ ਗੱਲ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਕੀ ਗੱਲ ਕਰਦੇ ਪਏ ਨੇ ਜਾਂ ਮਤਲਬ ਇਸ ਤੇ ਗੱਲ ਹੀ ਨਹੀਂ ਕਰਨ ਦੀ ਜ਼ਰੂਰਤ। ਤੇ ਤੁਸੀਂ ਕੀ ਸਮਝਦੇ ਹੋ ਕਿਉਂਕਿ ਤੁਸੀਂ ਬਹੁਤ ਜਿਹੜਾ ਹੈ ਉਹ ਕਲੋਜ਼ਲੀ ਨੌਜਵਾਨਾਂ ਨਾਲ ਅੰਗੇਜ ਹੋ ਔਰ ਉਹਨਾਂ ਨਾਲ ਇਹਦੇ ਤੇ ਕੰਮ ਕਰ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਨੌਜਵਾਨਾਂ ਦਾ ਇੰਟਰਸਟ ਹੈ ਉਹ ਜਾਣਨਾ ਚਾਹੁੰਦੇ ਨੇ ਆਪਣੀ ਸਿਹਤ ਦੇ ਮਸਾਇਲ ਦੇ ਹਵਾਲੇ ਨਾਲ ਔਰ ਆਪਣੇ ਜਿਹੜੇ ਹੁੰਦੇ ਨੇ ਰੀਪਰੋਡਕਟਿਵ ਰਾਈਟਸ ਨੇ ਖਾਸ ਤੌਰ ਤੇ ਉਹਦੇ ਹਵਾਲੇ ਨਾਲ ਔਰ ਉਹਨਾਂ ਦੇ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਮਤਲਬ ਜਿਹੜਾ ਹੈ ਉਹ ਰਿਸਪੌਂਡ ਕਰ ਰਹੇ ਨੇ ਤੁਹਾਨੂੰ? ਇਹ ਜਿਹੜੇ ਜਿਨਸੀ ਔਰ ਤੌਲੀਦੀ ਹਕੂਕ ਨੇ ਜਾਂ ਇਹਨਾਂ ਦੇ ਬਾਰੇ ਚ ਇਲਮ ਹੈ ਜਾਂ ਮਾਲੂਮਾਤ ਨੇ ਸਭ ਤੋਂ ਪਹਿਲੇ ਤੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਿਨਸੀ ਔਰ ਤੌਲੀਦੀ ਸਿਹਤ ਇਨਸਾਨ ਦਾ ਬੁਨਿਆਦੀ ਹੱਕ ਹੈ। ਜਿਸ ਤਰ੍ਹਾਂ ਖੁਰਾਕ ਸਾਡਾ ਬੁਨਿਆਦੀ ਹੱਕ ਹੈ, ਜਿਸ ਤਰ੍ਹਾਂ ਮਹਿਫੂਜ਼ ਘਰ ਸਾਡਾ ਹੱਕ ਹੈ, ਜਿਸ ਤਰ੍ਹਾਂ ਸਾਨੂੰ ਤਹਫੁਜ਼ ਸਾਡਾ ਹੱਕ ਹੈ, ਉਸੇ ਤਰ੍ਹਾਂ ਬਿਲਕੁਲ ਜਿਸ ਤਰ੍ਹਾਂ ਤਾਲੀਮ ਦਾ ਹੱਕ ਸਾਡੇ ਕੋਲ ਹਾਸਿਲ ਹੈ ਉਸੇ ਤਰ੍ਹਾਂ ਜਿਨਸੀ ਔਰ ਤੌਲੀਦੀ ਸਿਹਤ ਉਹਦੇ ਬਾਰੇ ਚ ਫੈਸਲਾ ਕਰਨਾ ਉਹਦੇ ਤੇ ਸਾਡਾ ਇਖਤਿਆਰ ਹੋਣਾ ਉਹ ਸਾਡਾ ਬਿਲਕੁਲ ਬੁਨਿਆਦੀ ਹੱਕ ਹੈ। ਪਾਕਿਸਤਾਨ ਦਾ ਮਸਲਾ ਇਹ ਵੇ ਕਿ ਰਿਆਸਤੀ ਤੌਰ ਤੇ ਵੀ ਤੌਲੀਦੀ ਹੱਕ ਨੂੰ ਤੇ ਤਸਲੀਮ ਕੀਤਾ ਜਾਂਦਾ ਹੈ, ਤੌਲੀਦੀ ਸਿਹਤ ਨੂੰ ਵੀ ਤਸਲੀਮ ਕੀਤਾ ਜਾਂਦਾ ਹੈ, ਲੇਕਿਨ ਜਿਨਸੀ ਸਿਹਤ ਨੂੰ ਬਹੁਤ ਵੱਡਾ ਇਸ਼ੂ ਬਣਾ ਦਿੱਤਾ ਜਾਂਦਾ ਹੈ। ਉਹਦਾ ਨਤੀਜਾ ਕੀ ਨਿਕਲਦਾ? ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਤੁਹਾਡੇ ਮੁਲਕ 'ਚ ਸਕੈਂਡਲ ਨਿਕਲ ਰਹੇ ਨੇ ਕਿ ਜੀ ਡਾਰਕ ਵੈਬ ਇੱਕ ਜਿੱਥੇ ਛੋਟੇ ਬੱਚਿਆਂ ਦੀ ਪੋਰਨੋਗ੍ਰਾਫੀ ਹੋ ਕੇ ਤੇ ਉੱਥੇ ਤਸਵੀਰਾਂ ਲੱਗਦੀਆਂ ਨੇ ਤੇ ਮੂਵੀਜ਼ ਬਣਦੀਆਂ ਨੇ। ਫਿਰ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਹਰ ਤਕਰੀਬਨ ਦੂਸਰੇ ਦਿਨ ਅਸੀਂ ਸੁਣ ਰਹੇ ਹਾਂ ਜੀ ਕਿ ਬੱਚੀ ਨਾਲ ਜ਼ਿਆਦਤੀ ਹੋ ਗਈ, ਬੱਚੇ ਨਾਲ ਜ਼ਿਆਦਤੀ ਹੋ ਗਈ। ਲੇਕਿਨ ਅਸੀਂ ਇਸ ਮਸਲੇ ਤੋਂ ਕਿੰਨੀ ਦੇਰ ਤੱਕ ਨਜ਼ਰ ਚੁਰਾਵਾਂਗੇ? ਸਾਡਾ ਇਹ ਖਿਆਲ ਹੈ ਉਹ ਜਿਹੜੇ ਇਦਾਰੇ ਸਾਡੇ ਨਾਲ ਦੇ ਨੇ ਜਿਹੜੇ ਜਿਨਸੀ ਸਿਹਤ ਤੇ ਕੰਮ ਕਰ ਰਹੇ ਨੇ ਸਾਡਾ ਇਹ ਖਿਆਲ ਹੈ ਕਿ ਅਗਰ ਜਿਨਸੀ ਸਿਹਤ ਨੂੰ ਰਿਆਸਤ ਖੁੱਲੇ ਦਿਲ ਨਾਲ ਤਸਲੀਮ ਕਰੇ ਕਿ ਸਿਹਤ ਹੈ ਔਰ ਇਹ ਹੱਕ ਹੈ ਤੇ ਅਸੀਂ ਬਹੁਤ ਹੱਦ ਤੱਕ ਇਹ ਜਿਹੜਾ ਚਾਈਲਡ ਅਬਿਊਜ਼ ਹੁੰਦਾ ਹੈ ਜਾਂ ਬੱਚੀਆਂ ਜਾਂ ਬੱਚਿਆਂ ਜਾਂ ਖਾਜਾ ਸਰ ਨਾਲ ਜ਼ਿਆਦਤੀਆਂ ਹੁੰਦੀਆਂ ਨੇ ਅਸੀਂ ਇਹਦੀ ਰੋਕਥਾਮ ਕਰ ਸਕਨੇ ਹਾਂ, ਅਸੀਂ ਇਹਦੀ ਪ੍ਰੀਵੈਂਸ਼ਨ ਕਰ ਸਕਨੇ ਹਾਂ। ਔਰ ਇਹਦਾ ਤਸਲੀਮ ਕਰਨਾ ਜਿਹੜਾ ਨਾ ਉਹ ਪਹਿਲਾ ਤੁਹਾਡਾ ਸਮਝੋ ਕਿ ਕਾਮਯਾਬੀ ਦਾ ਪਹਿਲਾ ਸਿਰਾ ਹੈ। ਸਾਨੂੰ ਇੱਥੇ ਰੈਜ਼ਿਸਟੈਂਸ ਆਉਂਦੀ ਹੈ ਜਦੋਂ ਅਸੀਂ ਹਕੂਮਤ ਨਾਲ ਕੰਮ ਕਰਨੇ ਉਹ ਕਹਿੰਦੇ ਜੀ ਤੌਲੀਦੀ ਸਿਹਤ ਤੱਕ ਤੇ ਠੀਕ ਹੈ ਜਿਨਸੀ ਸਿਹਤ ਤੇ ਹੈ ਹੀ ਨਹੀਂ। ਲੇਕਿਨ ਇੱਥੇ ਮੈਂ ਜ਼ਰੂਰ ਕਹਾਂਗੀ ਕਿ ਜਿਹੜਾ ਸਿੰਧ ਹੈ ਹਕੂਮਤ ਸਿੰਧ ਨੇ 2 ਸਾਲ ਪਹਿਲੇ ਜਿਹਨੂੰ ਜ਼ਿੰਦਗੀ ਦੀਆਂ ਮਹਾਰਤਾਂ ਕਿਹਾ ਜਾਂਦਾ ਹੈ ਲਾਈਫ ਸਕਿੱਲ ਬੇਸਡ ਐਜੂਕੇਸ਼ਨ ਦੇ ਨਾਂ ਤੇ ਉਸ ਪ੍ਰੋਗਰਾਮ ਨੂੰ ਆਪਣੇ ਟੈਕਸਟ ਬੁੱਕ ਦਾ ਹਿੱਸਾ ਬਣਾਇਆ ਹੈ ਜਿਹਦਾ ਮਤਲਬ ਹੈ ਕਿ ਜਿੱਥੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਕੋਈ ਤੁਹਾਨੂੰ ਛੂ ਸਕਦਾ ਹੈ ਨਹੀਂ ਛੂ ਸਕਦਾ, ਕਿਸੇ ਬੰਦੇ ਨਾਲ ਤੁਸੀਂ ਗੁਫ਼ਤਗੂ ਕਰਨੀ ਹੈ, ਕਿਹਦੇ ਨਾਲ ਇਕੱਲਿਆਂ ਬੈਠਣਾ ਹੈ, ਕੌਣ ਤੁਹਾਡੇ ਪ੍ਰਾਈਵੇਟ ਹਿੱਸਿਆਂ ਤੱਕ ਐਕਸੈਸ ਕਰ ਸਕਦਾ ਹੈ, ਕੌਣ ਤੁਹਾਡੇ ਕੱਪੜੇ ਬਦਲਾ ਸਕਦਾ ਹੈ, ਕਿਹਦੇ ਨਾਲ ਤੁਸੀਂ ਇਕੱਲਿਆਂ ਜਾਣਾ ਹੈ, ਕਿਹਦੇ ਨਾਲ ਨਹੀਂ ਜਾਣਾ। ਲੇਕਿਨ ਉਹ ਵੀ ਬਹੁਤ ਬੁਨਿਆਦੀ ਹੈ क्योंकि रेजिस्टेंस बड़ी ज्यादा है, मुजाहमत बहुत ज्यादा है। और मैं बहुत इतने वसूख ना कह रही कि मजहबी हल्कियां ना ज्यादा साडा पढ़िया लिखिया जिहड़ा हल्का है वो ज्यादा रेजिस्ट करता है। वो कहते हैं कि शायद अगर असीं जिनसी सेहत के बारे च हकूक के बारे च तालीम देंगे तो इसका मतलब है कि असीं अपने बच्चों को उकसा रहे हैं कि वो जाके ज्यादा जिनसी अमल करन। नहीं, इस तालीम का मकसद है कि बच्चे सोचन कि यह जिहड़ियां तब्दीलियां साडे अंदर आंदियां ने 14 साल तो लैके 18 साल तक सने बलूगत वालियां ये बिल्कुल एक कुदरती अमल है। जिस तरह सानू भुख लगती है, जिस तरह सानू बुखार हुंदा है, जिस तरह साडी आईसाइट वीक होवे असीं ऐनक लाने तुसीं भी लाइए मेरे कोल भी है वे ते हुण इस तो अगर मुनकर हो जाएंगे तो फिर तो मसाइल वध जाएंगे। मैं हुण जे कही जावां कि नहीं मेरे दर्द हो रही है लेकिन नहीं है तो कुछ एबनॉर्मल है तो कोई बंदा कोई इदारा कोई क्लिनिक तो होए जिहड़ा मैनूं दस्से कि नॉर्मल है। जिस तरह बच्चियां दी
ਹੈ ਜਿਨਸੀ ਸਿਹਤ 'ਚ ਕੀ ਆਉਂਦਾ? ਜਿਨਸੀ ਸਿਹਤ 'ਚ ਆਉਂਦਾ ਹੈ ਕਿ ਤੁਹਾਡੇ ਅੰਦਰ ਜਿਹੜੇ ਕੁਦਰਤੀ ਤੌਰ ਤੇ ਤੁਹਾਡੇ ਜਿਸਮ ਦੇ ਅੰਦਰ ਮੌਜੂਦ ਹਾਰਮੋਨਸ ਦੇ ਅੰਦਰ ਤਬਦੀਲੀ ਆਉਂਦੀ ਹੈ, ਜਿਹਦੇ 'ਚ ਇੱਕ ਮਾਹਵਾਰੀ ਹੈ, ਬੱਚਿਆਂ ਨੂੰ ਜਿਸਮ ਦੇ ਵਿੱਚ ਵਾਲ ਆਉਣਾ, ਦਾੜੀ ਦੇ ਵਾਲ ਆਉਣਾ, ਮੁੱਛਾਂ ਦੇ ਵਾਲ ਆਉਣਾ, ਬੱਚਿਆਂ ਦੀ ਬ੍ਰੈਸਟ ਗਰੋ ਕਰਨਾ। ਇਹ ਉਹ ਤਮਾਮ ਚੀਜ਼ਾਂ ਨੇ ਕਿ ਨਾ ਤੇ ਮੇਰੀ ਮਰਜ਼ੀ ਨਾਲ ਆ ਰਹੀਆਂ, ਨਾ ਤੁਹਾਡੀ ਮਰਜ਼ੀ ਨਾਲ ਆ ਰਹੀਆਂ, ਨਾ ਹੁਕੂਮਤ ਦੀ ਮਰਜ਼ੀ ਨਾਲ ਆ ਰਹੀਆਂ। ਇਹ ਤੇ ਕੁਦਰਤ ਦਾ ਫਿਨੋਮੀਨਾ ਹੈ। ਤੇ ਉਸ ਚੀਜ਼ ਤੋਂ ਮੁਨਕਰ ਤੁਸੀਂ ਹੋਵੋਗੇ ਤੇ ਉਹਦੀ ਸਿਹਤ ਕਿਸ ਤਰ੍ਹਾਂ ਖਿਆਲ ਰੱਖੋਗੇ? ਬਹੁਤ ਸਾਰੇ ਬੱਚੀਆਂ ਔਰ ਬੱਚਿਆਂ 'ਚ ਜਦੋਂ ਤਬਦੀਲੀ ਆ ਰਹੀ ਹੁੰਦੀ, ਉਹ ਆਪਣੇ ਵੱਡੇ ਪੇਰ ਜਿਹੜੇ ਹੁੰਦੇ ਨੇ, ਜਿਹੜੇ ਸਮਝੋ ਅਗਰ 9ਵੀਂ ਕਲਾਸ ਦਾ ਬੱਚਾ ਤਾਂ 10ਵੀਂ ਕਲਾਸ ਦੇ ਬੱਚੇ ਨੂੰ ਪੁੱਛੇਗਾ ਕਿ ਸ਼ਾਇਦ ਇਹਨੂੰ ਪਤਾ ਹੋਏਗਾ, ਉਹਦੇ 'ਚ 90% ਚਾਂਸ ਹੈ ਕਿ ਉਹ ਬੱਚਾ ਉਹਨੂੰ ਅਬਿਊਜ਼ ਕਰੇਗਾ। ਤੇ ਬਿਹਤਰ ਇਹ ਕਿ ਇਹ ਬੱਚਾ ਕਿਸੇ ਡਾਕਟਰ ਕੋਲ ਜਾਏ, ਜਿਹੜਾ ਹਕੂਮਤ ਨੇ ਇੱਕ ਮਨਜ਼ੂਰਸ਼ੁਦਾ ਕਲੀਨਿਕ ਬਣਾਇਆ ਹੈ, ਜਿਹਨੂੰ ਅਸੀਂ ਜਵਾਨ ਸਿਹਤ ਮਰਕਜ਼ ਕਹਿੰਦੇ ਆ, ਉੱਥੇ ਜਾਏ, ਉਹਨਾਂ ਨੂੰ ਬਕਾਇਦਾ ਮਾਲੂਮਾਤ ਦਿੱਤੀਆਂ ਜਾਣ ਕਿ ਇਹ ਨਾਰਮਲ ਹੈ, ਅਗਰ ਕੋਈ ਇਨਫੈਕਸ਼ਨ ਹੈ, ਅਗਰ ਕੋਈ ਐਬਨੋਰਮੈਲਿਟੀ ਹੈ ਤੇ ਉਹਦਾ ਇਲਾਜ ਕੀਤਾ ਜਾਏ। ਕਾਉਂਸਲਿੰਗ ਦੀ ਜ਼ਰੂਰਤ ਹੈ ਜਾਂ ਦਵਾਈ ਦੀ ਜ਼ਰੂਰਤ ਹੈ। ਬੱਚਿਆਂ ਨੇ ਸਾਨੂੰ ਇਸ ਮਾਮਲੇ 'ਚ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ, ਔਰ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਤੁਹਾਡੇ ਸੈਸ਼ਨ ਅਟੈਂਡ ਕਰਨੇ ਆ, ਜਦੋਂ ਤੁਹਾਡੇ ਕੋਲ ਮਿਲਦੀ ਤੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਮਹਿਫੂਜ਼ ਸਮਝਦੇ ਆ। ਸਾਨੂੰ ਸਮਝ ਆ ਰਹੀ ਹੁੰਦੀ ਹੈ ਕਿ ਇਹ ਚੀਜ਼ ਜਿਹੜੀ ਹੈ ਕਿ ਇੱਕ ਨੈਚੁਰਲ ਪ੍ਰੋਸੈਸ ਹੈ, ਇੱਕ ਫਿਨੋਮੀਨਾ ਹੈ। ਅੱਛਾ, ਇੰਨੇ ਦੇਰ ਤੋਂ ਬਾਅਦ ਅਸੀਂ ਨਿਕਲ ਜਾਵਾਂਗੇ। ਤੇ ਮੇਰਾ ਖਿਆਲ ਹੈ ਕਿ ਬਹੁਤ ਜ਼ਰੂਰਤ ਹੈ, ਕਿਉਂਕਿ ਪਾਕਿस्तान ਦੀ ਅੱਜ ਕੱਲ੍ਹ ਪਹਿਚਾਣ ਜਿਹੜੀ ਉਹ ਬੱਚਿਆਂ ਦਾ ਜਿਨਸੀ ਜ਼ਿਆਦਤੀ ਹੋ ਗਈ ਹੈ। और अगर पाकिस्तान इस जाति वाली पहचान को खत्म करना चाहता है तो उन्हें सबसे पहले तस्लीम करना पड़ेगा कि जिनकी सेहत और हक एक असल चीज है ਜਿਹੜੀ ਕਿ मौजूद है, ਤੁਸੀਂ ਇਹ ਤੋਂ ਇਨਕਾਰ ਨਹੀਂ ਕਰ ਸਕਦੇ। ਬਿਲਕੁਲ ਸਹੀ। ਅੱਛਾ ਉਜ਼ਮਾ, ਜਿਸ ਤਰ੍ਹਾਂ ਕਿ ਤੁਸੀਂ ਇਹ ਬੜਾ ਇੱਕ ਅਹਿਮ ਜ਼ਾਹਿਰ ਹੈ ਕਿ ਮੌਜੂ ਹੈ, ਔਰ ਇਸ ਮੌਜੂ ਨਾਲ ਹੀ ਜੁੜਿਆ ਹੋਇਆ ਜਿਸ ਤਰ੍ਹਾਂ ਬੱਚੀਆਂ ਦੀ ਅਸੀਂ ਗੱਲ ਕੀਤੀ ਕਿ ਜਿਵੇਂ ਮਾਹਵਾਰੀ ਦਾ ਇੱਕ ਸਿਲਸਿਲਾ ਹੁੰਦਾ ਹੈ, ਤੇ ਇੱਕ ਇਹ ਵੀ ਬੜਾ ਮਸਲਾ ਹੈ ਸਾਡੇ ਕਿ ਅਸੀਂ ਉਹਦੇ ਉੱਤੇ ਵੀ ਸਾਡੇ ਸਕੂਲਾਂ 'ਚ, ਸਾਡੇ ਤਾਲੀਮੀ ਇਦਾਰਿਆਂ 'ਚ ਜਾਂ ਸਾਡੇ ਤਾਲੀਮ ਦੇ ਜਿੰਨਾ ਚਾਹੇ ਉਹ ਸਰਕਾਰੀ ਸ਼ੋਬੇ ਦੇ ਸਕੂਲ ਨੇ ਜਾਂ ਪ੍ਰਾਈਵੇਟ ਸ਼ੋਬੇ ਦੇ ਸਕੂਲ ਨੇ, ਤੇ ਹਜੇ ਤੱਕ ਜਿਹੜਾ ਹੈ ਉਹ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਕੀਤੀ ਜਾਂਦੀ ਕਿ ਉਹਨਾਂ ਨੇ ਮਾਹਵਾਰੀ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਦੀ ਆਪਣੀ ਜਿਹੜੀ ਹੈ ਆਪਣੀ ਹਿਫਜ਼ਾਨੇ ਸਿਹਤ ਦਾ ਕਿਸ ਤਰ੍ਹਾਂ ਖਿਆਲ ਰੱਖਣਾ ਹੈ। ਤੇ ਉਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਬਿਮਾਰੀਆਂ ਔਰ ਬਹੁਤ ਸਾਰੇ ਮਸਲਿਆਂ ਦਾ ਸ਼ਿਕਾਰ ਹੁੰਦੀਆਂ ਨੇ। ਤੇ ਉਹ ਤੁਸੀਂ ਇਹ ਵੀ ਸੋਚਦੇ ਹੋ ਕਿ ਤੁਸੀਂ ਫਿਊਚਰ 'ਚ, ਕਿਉਂਕਿ ਦੇਖੋ ਅਸੀਂ ਇਸ ਟਾਈਮ ਪੰਜਾਬੀ 'ਚ ਗੱਲ ਕਰ ਰਹੇ ਹਾਂ, ਔਰ ਪੰਜਾਬ ਜਿਹੜਾ ਸਾਡਾ ਸੂਬਾ ਹੈ ਪਾਕਿਸਤਾਨ ਦਾ, ਉਹ ਸਭ ਤੋਂ ਜ਼ਿਆਦਾ ਵੱਡੀ ਆਬਾਦੀ ਵਾਲਾ ਸੂਬਾ ਹੈ। ਔਰ ਸਾਡਾ ਇਹ ਦਾਵਾ ਵੀ ਹੈ ਕਿ ਜੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਜ਼ਿਆਦਾ ਖਵਾਂਦਾ ਨੇ, ਕਿਉਂਕਿ ਆਬਾਦੀ ਜ਼ਿਆਦਾ ਹੈ, ਸਕੂਲ ਵੀ ਜ਼ਿਆਦਾ ਨੇ, ਤੇ ਜ਼ਾਹਿਰ ਹੈ ਕਿ ਪੜ੍ਹਨ ਲਿਖਣ ਵਾਲੇ ਲੋਕਾਂ ਦੀ ਤਾਦਾਦ ਵੀ ਦੂਸਰੇ ਸਾਡੇ ਸੂਬਿਆਂ ਨਾਲੋਂ ਜ਼ਿਆਦਾ ਹੈ। ਲੇਕਿਨ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਹੈ ਜਿਹੜਾ ਤੁਸੀਂ ਹੁਣੇ ਦੱਸਿਆ ਕਿ ਬਲੋਚਿਸਤਾਨ 'ਚ ਤੇ 2 ਇੰਚ ਦੇ ਬਣ ਰਹੇ ਨੇ ਕਲੀਨਿਕ, ਲੇਕਿਨ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਹਜੇ ਤੱਕ ਉਹ ਪੰਜਾਬ ਦੇ ਹਵਾਲੇ ਨਾਲ ਕੈਸਾ ਹੈ ਕਿ ਪੰਜਾਬ 'ਚ ਜਿਹੜੇ ਸਾਡੇ ਸਰਕਾਰੀ ਅਫਸਰਾਨ ਨੇ ਜਾਂ ਸਾਡੇ ਸਿਆਸੀ ਕਿਆਦਤ ਹੈ, ਉਹਨਾਂ ਨੇ ਤੁਹਾਨੂੰ ਇਹਦੇ ਉੱਤੇ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਹੈ? ਉਹ ਤੁਹਾਡੇ ਨਾਲ ਕਿੰਨਾ ਕੁ ਤਾਵਨ ਕਰ ਰਹੇ ਨੇ, ਜਾਂ ਤੁਹਾਡੀ ਉਹਨਾਂ ਤੋਂ ਕੀ ਐਕਸਪੈਕਟੇਸ਼ਨ ਹੈ? ਜਿਹੜਾ ਪੰਜਾਬ ਹੈ ਨਾ, ਪੰਜਾਬ ਦੇ ਮਸਾਇਲ ਬੜਾ ਪਚੀਦਾ ਨੇ। ਜਿੰਨਾ ਉਹ ਵੱਡਾ ਹੈ ਨਾ ਤੇ ਉਨਾ ਹੀ ਗੋਲ ਹੈ, ਔਰ ਇੱਥੋਂ ਦੀ ਬਿਊਰੋਕ੍ਰੇਸੀ ਵੀ ਇੰਝ ਗੋਲ ਘੁਮਾਉਂਦੀ ਹੈ ਤੁਹਾਨੂੰ। ਜਿਹੜੇ ਇੱਥੋਂ ਦੇ ਪਾਲਿਸੀ ਸਾਜ਼ ਨੇ ਉਹ ਵੀ ਇੰਝ ਹੀ ਘੁਮਾਉਂਦੇ ਨੇ। ਮਸਲਾ ਇਹ ਵੇ ਕਿ ਮੈਂ ਤੁਹਾਨੂੰ ਛੋਟੀ ਸਾਰੀ ਮਿਸਾਲ ਦੇਣੀ ਆ ਕਿ ਜਿਹੜੀਆਂ ਬੱਚੀਆਂ ਦੀ ਮਾਹਵਾਰੀ ਹੈ, ਅਸੀਂ ਸਿਰਫ ਅਗਰ ਇਹਨੂੰ ਇਸ ਟਾਈਮ ਗੁਫ਼ਤਗੂ ਦੇ ਤੌਰ ਤੇ ਮਿਸਾਲ ਬਣਾ ਲਈਏ, ਦੇਖੋ ਜਿਹੜੀ ਬੱਚਿਆਂ ਦੀ ਮਾਹਵਾਰੀ ਹੈ ਉਹ ਇਤਨੀ ਪੁਰਾਣੀ ਔਰ ਇਤਨੀ ਕਹਿਣਾ ਚਾਹੀਦਾ ਕਿ ਨੈਚੁਰਲ ਚੀਜ਼ ਹੈ ਕਿ ਸਾਡੀਆਂ ਪ੍ਰਣਾਲੀਆਂ ਤੋਂ ਲੈ ਕੇ ਤੇ ਹੁਣ ਤੱਕ ਸਭ ਨੂੰ ਹੋ ਰਿਹਾ ਤੇ ਆਉਣ ਵਾਲੀਆਂ ਨਸਲਾਂ ਨੂੰ ਵੀ ਹੋਣਾ ਹੈ। ਇਹਨੂੰ ਸ਼ਰਮ ਦਾ ਬਾਇਸ ਬਣਾਇਆ ਹੈ। ਸ਼ਰਮ ਦਾ ਬਾਇਸ ਕੀ ਬਣਾਇਆ ਹੈ ਕਿ ਤੁਸੀਂ ਜਿਹੜਾ ਨਾ ਸਾਰੇ ਆਮ ਤੇ ਔਰਤਾਂ ਨੂੰ ਮੋਟਰਵੇ ਤੇ ਰੇਪ ਕਰਦੇ ਹੋ, ਠੀਕ ਹੈ, ਔਰ ਤੁਹਾਡਾ ਜਿਹੜਾ ਆਈਜੀ ਪੁਲਿਸ ਹੈ ਉਹ ਆ ਕੇ ਇਤਨੀਆਂ ਸ਼ਰਮਨਾਕ ਸਟੇਟਮੈਂਟ ਦਿੰਦਾ, ਉਹਦੇ ਤੇ ਕਿਸੇ ਨੂੰ ਸ਼ਰਮਿੰਦਗੀ ਨਹੀਂ। ਮੈਂ ਹੁਣ ਕਿਸੇ ਸਟੋਰ ਦੇ ਸੈਨੇਟਰੀ ਪੈਡ ਲੈਣ ਚਲੀ ਜਾਵਾਂ ਤੇ ਉਹ ਮੈਨੂੰ ਖਾਕੀ ਲਿਫਾਫਿਆਂ 'ਚ ਪਾ ਕੇ ਦਿੰਦਾ। ਭਾਈ ਇਹ ਉਸ ਤਰ੍ਹਾਂ ਦਾ ਹੀ ਬਿਲਕੁਲ ਆਮ ਚੀਜ਼ ਹੈ ਜਿਸ ਤਰ੍ਹਾਂ ਤੁਹਾਨੂੰ ਅਗਰ ਨੱਕ ਤੁਹਾਡੀ ਬਹਿ ਰਹੀ ਹੈ ਤੇ ਤੁਹਾਨੂੰ ਟਿਸ਼ੂ ਪੇਪਰ ਚਾਹੀਦਾ ਉਹਨੂੰ ਸਾਫ਼ ਕਰਨ ਵਾਸਤੇ, ਤੁਹਾਨੂੰ ਅਗਰ ਪਸੀਨਾ ਆ ਰਿਹਾ ਤੁਹਾਨੂੰ ਰੁਮਾਲ ਚਾਹੀਦਾ ਸਾਫ਼ ਕਰਨ ਵਾਸਤੇ। ਤੇ ਇਹ ਵੀ ਇਸ ਤਰ੍ਹਾਂ ਹੀ ਇੱਕ ਆਮ ਜ਼ਰੂਰਤ ਦੀ ਚੀਜ਼ ਹੈ। ਇਹਨੂੰ ਛੁਪਾ ਕੇ ਤੁਸੀਂ ਇਹ ਮੈਸੇਜ ਦੇ ਰਹੇ ਹੋ ਕਿ ਇਹਦੇ 'ਚ ਕੋਈ ਸ਼ਰਮਿੰਦਗੀ ਹੈ, ਤੇ ਬੱਚੀਆਂ ਦਾ ਅੱਧਾ ਇਤਮਾਦ ਤੇ ਉੱਥੇ ਖਤਮ ਹੋ ਜਾਂਦਾ ਕਿ ਇਹ ਛੁਪਾਣਾ ਹੈ। ਉਹ ਫਿਰ ਛੁਪਾਉਂਦੀਆਂ ਨੇ। ਫਿਰ ਦੂਸਰਾ ਵਸਾਇਲ ਦੀ ਗੱਲ ਹੈ।
ਤੁਹਾਡੇ ਕੋਲ ਇੰਨੇ ਵਸਾਇਲ ਨਹੀਂ। ਕੋਈ ਮੇਰੇ ਖਿਆਲ 'ਚ ਜਿਹੜਾ ਆਮ ਇੱਕ ਪੈਡ ਹੈ ਉਹ ਸ਼ਾਇਦ ਕੋਈ ਪੈਕਟ ਆਉਂਦਾ ਕੋਈ 110 ਤੋਂ 130 ਰੁਪਏ ਦਾ, ਜਿਹਦੇ 'ਚ ਕੋਈ 5-6 ਪੈਡ ਹੁੰਦੇ ਨੇ। ਕਿੰਨੀਆਂ ਪਾਕਿਸਤਾਨ ਦੀਆਂ ਜਾਂ ਪੰਜਾਬ ਦੀਆਂ ਬੱਚੀਆਂ ਉਹ ਪੈਡ ਜਿਹੜਾ ਹੈ ਉਹ ਅਫੋਰਡ ਕਰ ਸਕਦੀਆਂ ਨੇ? ਉਹਦਾ ਨਤੀਜਾ ਕੀ ਨਿਕਲਦਾ ਹੈ ਕਿ ਉਹ ਪੁਰਾਣਾ ਕੱਪੜਾ ਇਸਤੇਮਾਲ ਕਰਦੀਆਂ ਨੇ, ਉਹਨੂੰ ਫਿਰ ਧੋਂਦੀਆਂ ਨੇ, ਫਿਰ ਇਸਤੇਮਾਲ ਕਰਦੀਆਂ ਨੇ। ਉਹ ਬਹੁਤ ਵੱਡਾ ਰਿਸਕ ਹੈ ਤੁਹਾਡੇ ਜਿਲਦ ਦੇ ਇਨਫੈਕਸ਼ਨ ਦੇ, ਤੁਹਾਡੇ ਵੈਸੇ ਜਿਹੜੀਆਂ ਜਿਨਸੀ ਤੌਲੀਦੀ ਸਿਹਤ ਹੈ ਉਹਦੇ ਇਨਫੈਕਸ਼ਨ ਦੀ ਬਹੁਤ ਵੱਡੀ ਵਜ੍ਹਾ ਹੈ। हुकूमत पाकिस्तान तो और हुकूमत पंजाब ने मेरा ख्याल है कि अगे लगना चाहिए, क्योंकि वड्डा भरा है ना, वड्डा सूबा है, इनू अगे ला के मिसाल देनी चाहिए। जिन्ने भी सरकारी स्कूल ने ਉਹਨਾਂ ਦੇ ਵਿੱਚ ਇਹ ਜਿਹੜੇ ਸੈਨੇਟਰੀ ਪੈਡ ਨੇ ਇਹ ਮੁਫਤ ਅਵੇਲੇਬਲ ਹੋਣੇ ਚਾਹੀਦੇ ਨੇ। ਤੇ ਉਹ ਕਿਸ ਤਰ੍ਹਾਂ ਅਵੇਲੇਬਲ ਹੋਣਗੇ? ਤੁਹਾਡੇ ਤੇ ਜਿਹੜੇ ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ, ਉੱਥੇ ਤੁਸੀਂ ਅਗਰ ਤੁਹਾਨੂੰ ਇਤਫਾਕ ਹੋਇਆ, ਤੁਸੀਂ ਜਿਹੜੇ ਪਬਲਿਕ ਟਾਇਲਟ ਨੇ, ਜਿਹੜੀਆਂ ਲੈਟਰੀਨਾਂ ਨੇ, ਜਿਹੜੇ ਉਹਨਾਂ ਨੇ ਉੱਥੇ ਬਣਾਏ ਨੇ ਰੈਸਟ ਰੂਮ, ਉੱਥੇ ਤੁਸੀਂ ਜਾਣ ਦਾ ਸੋਚ ਨਹੀਂ ਸਕਦੇ। ਮਤਲਬ ਲੋਕ ਕਹਿੰਦੇ ਨੇ ਕਿ ਮੈਂ ਉਹਦੇ ਤੇ ਬਲੌਗ ਵੀ ਲਿਖਿਆ ਸੀ, ਲੋਕਾਂ ਨੇ ਕਿਹਾ ਕਿ ਤੈਨੂੰ ਹੋਰ ਕੋਈ ਮੌਜੂ ਨਹੀਂ ਮਿਲਿਆ ਤੇ ਤੂੰ ਜਾ ਕੇ ਤੇ ਉੱਥੇ ਕਮੋਡ ਦੀਆਂ ਪਿਕਚਰਾਂ ਲੱਗੀਆਂ ਨੇ ਤੇਰੇ ਬਲੌਗ ਤੇ। ਮੈਂ ਕਿਹਾ ਤੁਹਾਨੂੰ ਜ਼ਰੂਰਤ ਨਹੀਂ ਟਾਇਲਟ ਦੀ, ਸਾਡੀ ਆਮ ਜ਼ਰੂਰਤ ਹੈ ਹਰ ਰੋਜ਼ ਦੀ। ਤੁਹਾਨੂੰ ਸਭ ਤੋਂ ਪਹਿਲੇ ਬੱਚਿਆਂ ਨੂੰ ਸਾਫ਼ ਔਰ ਮਹਿਫੂਜ਼ ਟਾਇਲਟ ਦੇਣੇ ਹਰ ਸਕੂਲ ਦੇ ਵਿੱਚ, ਹਰ ਕਲਾਸ। ਫਿਰ ਉਹਦੇ ਵਿੱਚ ਜਿਹੜਾ ਹੈ ਮੁਫਤ ਤੁਸੀਂ ਮੁਹੱਈਆ ਕਰੋ ਇਹ ਸੈਨੇਟਰੀ ਪੈਡ। ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਇੰਨਾ ਜ਼ਿਆਦਾ ਚਾਰਜ ਕਰਦੇ ਨੇ ਵਾਲਿदैन ਨੂੰ, ਉਹਨਾਂ ਦਾ ਵੀ ਕੰਮ ਹੈ ਕਿ ਇਹ ਪੈਡਸ ਜਿਹੜੇ ਨੇ ਬੱਚਿਆਂ ਨੂੰ ਮੁਫਤ ਦਿੱਤੇ ਜਾਣ, ਔਰ ਨਾਲ ਹੀ ਨਾਲ ਬੱਚਿਆਂ ਵਾਸਤੇ ਤਾਲੀਮ ਔਰ ਸ਼ਊਰ ਦੀ ਇੱਕ ਤੁਸੀਂ ਕਲਾਸ ਰੱਖੋ। ਖਾਸ ਤੌਰ ਤੇ ਜਿਹੜੀਆਂ 5ਵੀਂ 6ਵੀਂ ਦੀਆਂ ਬੱਚੀਆਂ ਨੇ, ਉਹ ਇਸ ਉਮਰ 'ਚ ਹੁੰਦੀਆਂ ਨੇ ਕਿ ਜਾਂ ਉਹਨਾਂ ਦੇ ਪੀਰੀਅਡ ਸ਼ੁਰੂ ਹੋ ਜਾਂਦੇ ਨੇ, ਮਾਹਵਾਰੀ ਜਾਂ ਹੋਣ ਵਾਲੀ ਹੁੰਦੀ ਹੈ, ਤਾਂ ਉਹਨਾਂ ਨੂੰ ਤੁਸੀਂ ਉੱਥੇ ਹੀ ਦੱਸੋ। ਕਿਉਂਕਿ ਜਿਹੜਾ ਬੱਚਾ ਸਕੂਲ 'ਚ ਸੁਣਦਾ ਨਾ, ਤਾਂ ਇੱਕ ਇਤਮਾਦ ਵੀ ਆਉਂਦਾ ਹੈ ਕਿ ਅੱਛਾ ਦਾ ਮਤਲਬ ਹੈ ਕਿ ਕੋਈ ਗਲਤ ਗੱਲ ਨਹੀਂ, ਕਿਉਂਕਿ ਮੇਰਾ ਸਕੂਲ ਪੜ੍ਹਾ ਰਿਹਾ ਮੈਨੂੰ। ਦੂਸਰੀ ਗੱਲ ਇਹ ਵੇ ਕਿ ਜਿਹੜੇ ਸਾਡੇ ਮਦਾਰਸ ਦੀਆਂ ਬੱਚੀਆਂ ਨੇ, ਉਹਨਾਂ ਕੋਲ ਤੇ ਉਹ ਇਸ ਪੂਰੇ ਸਰਕਲ ਤੋਂ ਹੀ ਨਿਕਲੀਆਂ। ਉਹਨਾਂ ਦੀ ਜਿਹੜੀ ਪਰਸਨਲ ਹਾਈਜੀਨ ਹੈ, ਜਿਹਨੂੰ ਅਸੀਂ ਕਹਿੰਦੇ ਆ ਕਿ ਤੁਹਾਡੀ ਜ਼ਾਤੀ ਸਫਾਈ ਸੁਥਰਾਈ, ਤੁਹਾਡੇ ਕੋਲ ਸਹੂਲਤਾਂ, ਉਹ ਬਿਲਕੁਲ ਨਹੀਂ ਹੈ। ਔਰ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਮਦਾਰਸ 'ਚ ਉਹ ਬੱਚੀਆਂ ਆਉਂਦੀਆਂ ਨੇ ਕਿ ਜਿਨ੍ਹਾਂ ਦੇ ਵਾਲਿदैन ਵਸਾਇਲ ਅਫੋਰਡ ਨਹੀਂ ਕਰ ਸਕਦੇ, ਤੇ ਉੱਥੇ ਦੇ ਜਾਂਦੇ ਨੇ ਕਿ ਚਲੋ ਜੀ ਇੱਥੇ ਖਾਣਾ ਮੁਫਤ ਮਿਲ ਜਾਏਗਾ, ਔਰ ਇਨਸੈਂਟਿਵ ਹੈ ਵੇ ਕਿ ਕੁਰਾਨ ਪੜ੍ਹ ਲੈਣੀ ਹੈ। ਤੁਹਾਡਾ ਉਹ ਪੂਰਾ ਦਾ ਪੂਰਾ ਜਿਹੜਾ ਗਰੁੱਪ ਹੈ ਉਹ ਇਸ ਪੂਰੇ ਹਲਕੇ 'ਚੋਂ ਨਿਕਲਿਆ ਹੈ, ਜਿਨ੍ਹਾਂ ਨੂੰ ਇਹ ਸਹੂਲੀਅਤ ਮੁਯੱਸਰ ਹੋਣ। ਤੇ ਮੇਰੀ ਤੇ ਪੰਜਾਬ ਹੁਕੂਮਤ ਕੋ, ਪੰਜਾਬ ਸੂਬੇ ਕੋ, ਜਿਹੜੇ ਪੰਜਾਬ ਦੇ ਅੰਦਰ ਮੁਖੱਯਰ ਹਜ਼ਰਾਤ ਨੇ, ਕਿ ਤੁਸੀਂ ਅਗਰ ਬੱਚਿਆਂ ਵਾਸਤੇ ਕੰਮ ਕਰ ਰਹੇ ਹੋ, ਉਹਨਾਂ ਦੀ ਤਾਲੀਮ ਵਾਸਤੇ ਕੰਮ ਕਰ ਰਹੇ ਹੋ, ਉਹਨਾਂ ਦੇ ਜਿਹੜੇ ਇਹ ਤੌਲੀਦੀ ਮਸਾਇਲ ਨੇ, ਜਿਹੜੇ ਉਹਨਾਂ ਦੀ ਜਿਨਸੀ ਸਿਹਤ ਦੇ ਮਸਾਇਲ ਨੇ, ਇਹਨਾਂ ਦੇ ਉੱਤੇ ਵੀ ਗੌਰ ਫਿਕਰ ਸ਼ੁਰੂ ਕਰੋ। ਔਰ ਇਹ ਕੋਈ ਏਲੀਅਨ ਨਹੀਂ, ਇਹ ਕੋਈ ਬਾਹਰੋਂ ਨਹੀਂ ਆਈ ਚੀਜ਼, ਔਰ ਨਾ ਹੀ ਇਹ ਕੋਈ ਯੂਰਪ ਨੇ ਭੇਜੀ ਹੈ ਜਾਂ ਅਮਰੀਕਾ ਨੇ ਭੇਜੀ। ਇਹ ਹਮੇਸ਼ਾ ਤੋਂ ਹਰ ਔਰਤ ਦੇ ਨਾਲ ਰਿਹਾ ਔਰ ਆਉਣ ਵਾਲੀਆਂ ਨਸਲਾਂ ਨਾਲ ਵੀ ਰਹਿਣਾ ਹੈ। ਇਸ ਹਕੀਕਤ ਨੂੰ ਤਸਲੀਮ ਕਰਕੇ ਬੱਚਿਆਂ ਵਾਸਤੇ ਖਾਸ ਤੌਰ ਤੇ ਆਸਾਨੀ ਪੈਦਾ ਕਰੋ। ਔਰ ਜਿਹੜਾ ਮਹਿਫੂਜ਼ ਟਾਇਲਟ ਹੈ ਜਾਂ ਮਹਿਫੂਜ਼ ਲੈਟਰੀਨ ਹੈ, ਜਿਹਦੇ ਵਿੱਚ ਬੱਤੀ ਦਾ ਇੰਤਜ਼ਾਮ ਹੋਏ, ਪਾਣੀ ਦਾ ਇੰਤਜ਼ਾਮ ਹੋਏ, ਉਹਦਾ ਦਰਵਾਜ਼ਾ ਲੌਕ ਹੁੰਦਾ ਹੋਏ, ਉਹਦਾ ਲੌਕ ਟੁੱਟਾ ਨਾ ਹੋਏ, ਔਰ ਉਹ ਜਿਹੜਾ ਜਿਹੜੀ ਵੀ ਤੁਸੀਂ ਸਹੂਲਤ ਦੇ ਰਹੇ ਹੋ ਉਹ ਐਸੀ ਜਗ੍ਹਾ ਤੇ ਹੋਏ ਕਿ ਕੋਈ ਬਾਹਰੋਂ ਆ ਕੇ ਉਹਨਾਂ ਨੂੰ ਹਰਾਸ ਨਾ ਕਰ ਸਕੇ। ਇਹ ਬਹੁਤ ਜ਼ਰੂਰੀ ਹੈ, ਜਿਹਨੂੰ ਸਾਡੇ ਬਹੁਤ ਸਾਰੇ ਪ੍ਰਾਈਵੇਟ ਔਰ ਸਰਕਾਰੀ ਸਕੂਲ ਨੇ ਨਜ਼ਰਅੰਦਾਜ਼ ਕੀਤਾ ਹੈ। ਔਰ ਪ੍ਰਾਈਵੇਟ ਔਰ ਸਰਕਾਰੀ ਸਕੂਲ ਨੂੰ ਜੁਰਮਾਨਾ ਹੋਣਾ ਚਾਹੀਦਾ ਹੈ ਕਿ ਜਿਹੜੇ ਇਹ ਸਹੂਲਤਾਂ ਨਹੀਂ ਮੁਹੱਈਆ ਕਰ ਰਹੇ। ਬਹੁਤ ਸਾਰੇ ਮੁਲਕਾਂ ਨੇ ਇਹਨੂੰ ਸੈਨੇਟਰੀ ਪੈਡ ਨੂੰ ਫ੍ਰੀ ਆਫ ਟੈਕਸ ਕੀਤਾ ਹੈ, ਸਿਰਫ ਇਨਕਰੇਜ ਕਰਨ ਵਾਸਤੇ, ਸਿਰਫ ਹੌਸਲਾ ਅਫਜ਼ਾਈ ਕਰਨ ਵਾਸਤੇ। ਤੇ ਪਾਕਿਸਤਾਨ ਨੂੰ ਵੀ ਇਹ ਕੰਮ ਕਰਨਾ ਚਾਹੀਦਾ। ਉਸਮਾ ਵੈਸੇ ਤੇ ਜਿਹੜੇ ਮੌਜੂ ਤੇ ਅਸੀਂ ਗੱਲ ਕਰ ਰਹੇ ਹਾਂ ਇਹਦੇ ਤੇ ਅਸੀਂ ਜਿੰਨੀ ਵੀ ਤਫਸੀਲ ਨਾਲ ਔਰ ਮਸਾਇਲ ਜਿਹੜੇ ਨੇ, ਕਿਉਂਕਿ ਮੈਂ ਵੀ ਇੱਕ ਔਰਤ ਹਾਂ, ਇੱਕ ਬੇਟੀ ਦੀ ਮਾਂ ਵਾਂ, ਤੂੰ ਵੀ ਇੱਕ ਖਾਤੂਨ ਨੇ, ਔਰ ਜ਼ਾਹਿਰ ਹੈ ਕਿ ਅਸੀਂ ਬਹੁਤ ਅੱਛੀ ਤਰ੍ਹਾਂ ਸਮਝਨੀਆਂ ਵਾਂ ਕਿ ਬੱਚੀਆਂ ਨੂੰ ਜਾਂ ਸਾਨੂੰ ਬਹਿਸੀਅਤ ਔਰਤ ਕਿੰਨੇ ਔਰ ਕਿਸ ਕਿਸਮ ਦੇ ਜਿਹੜੇ ਨੇ ਮਸਾਇਲ ਦਾ ਸਾਹਮਣਾ ਹੁੰਦਾ ਸਾਡੀ ਆਪਣੀ ਤੌਲੀਦੀ ਸਿਹਤ ਦੇ ਹਵਾਲੇ ਨਾਲ। अच्छा हुन चूंकि वक्त साढ़े कोल महदूद है और मैं बड़ा शुक्रगुजार हाँ तेरी के इन्नी मसरूफियत दे बावजूद और सारा दिन इन्ना थके होने दे बावजूद जिहड़ा है ना ਉਹ ਸ਼ਾਮ ਦਾ ਟਾਈਮ ਜਿਹੜਾ ਹੈ ਉਹ ਮੈਨੂੰ ਦਿੱਤਾ ਹੈ ਇਹ ਸਾਰੀ ਇੰਨੀ ਮੁਫੀਦ ਗੱਲਬਾਤ ਲਈ। ਤੇ ਇਹਦੇ ਤੋਂ ਇੱਕ ਜਿਹੜਾ ਮੈਂ ਸਵਾਲ ਕਰਨਾ ਚਾਹਾਂਗੀ ਕਿ ਉਜ਼ਮਾ ਨੂੰ ਕਿਹੜੀ ਚੀਜ਼ ਨੇ ਮਜ਼ਬੂਤ ਖੜਿਆ ਰੱਖਿਆ? ਮਤਲਬ ਇੱਕ ਜਿਹੜਾ ਹੈ ਨਾ ਸਾਡੇ ਇੱਥੇ ਆਮ ਤੌਰ ਤੇ ਸਾਡੇ ਸੋਸਾਇਟੀ 'ਚ, ਸਾਡੇ ਪਾਕਿਸਤਾਨ 'ਚ ਖਾਸ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਜਿਹੜੀਆਂ ਕੁੜੀਆਂ ਜਾਂ ਜਿਹੜੀਆਂ ਖਵਾਤੀਨ, ਜਿਹੜੀਆਂ ਔਰਤਾਂ, ਬੀਬੀਆਂ NGOs 'ਚ ਕੰਮ ਕਰਦੀਆਂ ਨੇ ਨਾ, ਬਸ ਉਹ ਤੇ ਬੰਦਾ ਮੁਖਾਲਫ ਨੇ, ਮਤਲਬ ਬੰਦਾ ਕਿ ਮਰਦ ਮੁਖਾਲਫ ਨੇ, ਉਹ ਤੇ ਜੀ ਮਰਦਾਂ ਨੂੰ ਵੇਖਣਾ ਹੀ ਨਹੀਂ ਚਾਹੁੰਦੀਆਂ।
ਤੇ ਉਜ਼ਮਾ ਨੂੰ ਕਿੰਨੇ ਜਿਹੜਾ ਹੈ ਨਾ ਉਹ ਇੰਨਾ ਮਜ਼ਬੂਤ ਕੀਤਾ, ਕਿੰਨੇ ਇੰਨੀ ਸਟਰੈਂਥ ਦਿੱਤੀ ਕਿ ਉਜ਼ਮਾ ਕਿਸੇ ਨੂੰ, ਉਜ਼ਮਾ ਨੂੰ ਧਮਕੀਆਂ ਵੀ ਮਿਲੀਆਂ, ਉਜ਼ਮਾ ਨੂੰ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਹ ਕੀ ਕਹਿੰਦੇ ਨੇ ਨਾ ਥ੍ਰੈਟ ਕਾਲਸ ਆਈਆਂ, ਔਰ ਹਰ ਤਰ੍ਹਾਂ ਨਾਲ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਜ਼ਮਾ ਆਪਣੇ ਕੰਮ ਤੇ ਡਟੀ ਰਹੀ। ਤੇ ਇਹ ਕਿਸ ਤਰ੍ਹਾਂ ਉਜ਼ਮਾ ਡੀ ਮਜ਼ਬੂਤੀ ਨਾਲ ਡਟੀ ਰਹਿਣ ਚ ਉਜ਼ਮਾ ਦੇ ਇਰਦ ਗਿਰਦ ਜਾਂ ਫੈਮਿਲੀ ਚ ਕੀ ਕੁਝ ਮੇਜਰ ਫੈਕਟਰਸ ਸਨ? ਮੇਰਾ ਖਿਆਲ ਹੈ ਕਿ ਜਿਹੜੀ ਉਜ਼ਮਾ ਦੀ ਫਿਲਮ ਹੈ ਨਾ, ਉਹਦੇ ਦੋ ਹੀ ਮੇਨ ਕਰੈਕਟਰ ਨੇ। ਉਹਦੇ ਚ ਹੀਰੋ ਮੇਰੇ ਵਾਲਿਦ ਸਾਹਿਬ ਨੇ ਤੇ ਹੀਰੋਇਨ ਮੇਰੀ ਵਾਲਦਾ ਸਾਹਿਬਾ ਨੇ। ਤੇ ਜਿਹੜੇ ਕਹਿੰਦੇ ਨੇ ਸਪੋਰਟਿੰਗ ਐਕਟਰ, ਉਹ ਮੇਰੇ 3 ਭਰਾ ਨੇ। ਇਹਨਾਂ 5 ਲੋਕਾਂ ਦਾ ਮੈਂ ਜਿਤਨਾ ਵੀ ਸ਼ੁਕਰ ਅਦਾ ਕਰਾਂ ਉਤਨਾ ਹੀ ਘੱਟ ਹੈ। ਇਹ 5 ਲੋਕ ਮੇਰੇ ਪਿੱਛੇ ਖੜੇ ਰਹੇ ਨੇ, ਮੇਰੇ ਨਾਲ ਖੜੇ ਰਹੇ ਨੇ, ਜਿੱਥੇ ਉਹਨਾਂ ਨੂੰ ਅੱਗੇ ਖੜਾ ਹੋਣਾ ਪਿਆ ਉੱਥੇ ਉਹ ਅੱਗੇ ਖੜੇ ਰਹੇ ਨੇ। ਖਾਸ ਤੌਰ ਤੇ ਜਿਹੜੇ ਮੇਰੇ ਵਾਲदैन ਨੇ ਦੋਨੋਂ, ਮੇਰੀ ਮਾਂ ਬਹੁਤ ਨਿਡਰ ਔਰਤ ਹੈ, ਤੁਸੀਂ ਤਾਂ ਉਹਨਾਂ ਨੂੰ ਮਿਲੇ ਵੀ ਹੋ। ਉਹ ਬੜੀ ਬਹਾਦਰ ਔਰਤ ਹੈ, ਔਰ ਬੜੀ ਉਹ ਜਿਹੜੀ ਨਾ ਸਮਝਦਾਰ ਔਰ ਦਲੀਲ ਨਾਲ ਗੱਲ ਨੂੰ ਸੋਚਦੀ ਹੈ, ਸਮਝਦੀ ਹੈ, ਔਰ ਬੜੀ ਉਹਨਾਂ ਦੀ ਬਸੀਰਤ ਹੈ ਮਾਸ਼ਾਅੱਲਾ। ਔਰ ਜਿਹੜੇ ਮੇਰੇ ਵਾਲਿਦ ਸਾਹਿਬ ਨੇ, ਉਹ ਤੁਹਾਨੂੰ ਪਤਾ ਬੇਟੀਆਂ ਵੈਸੇ ਵੀ ਥੋੜੀਆਂ ਸਾਰੀਆਂ ਬਾਇਸਡ ਹੁੰਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਬਾਪ ਨਾਲ ਤਾਂ ਕੋਈ ਨਹੀਂ, ਲੇਕਿਨ ਹਕੀਕਤ ਗੱਲ ਹੈ ਕਿ ਹਰ ਬੇਟੀ ਦਾ ਬਾਪ ਉਹਦੇ ਵਾਸਤੇ ਬਾਕਮਾਲ ਹੈ। ਔਰ ਮੈਂ ਉਨ खुश नसीब बेटियां चो कि मेरे बाप ने मेरी इतनी को हौसला अफजाई की है। मेरी मैं मतलब कदी कदी सोचनी हाँ कि मैं तो बड़िया बड़िया चवला मारिया ने, मतलब रिस्क लिया है कि मैं ਉਹਦੇ कॉन्सिक्वेंस सोचे बगैर, ਉਹਦੇ ਨਤਾਇਜ सोचे बगैर, बस जो ਮੈਨੂੰ ਉਸ ਵਕਤ ਸਹੀ ਲੱਗਾ ਮੈਂ ਕਰ ਦਿੱਤਾ। ਤੇ ਮੈਨੂੰ ਮੇਰੇ ਵਾਲਿਦ ਸਾਹਿਬ ਨੇ ਕਦੀ ਨਹੀਂ ਕਿਹਾ ਕਿ ਇਹ ਨਹੀਂ ਸੀ ਕਰਨਾ ਚਾਹੀਦਾ। ਅਗਰ ਕੋਈ ਬਹੁਤ ਐਸੀ ਸਿਚੁਏਸ਼ਨ में आई है, ਤੁਹਾਨੂੰ ਪਤਾ ਮੇਰੇ ਦਫ਼ਤਰ ਤੇ ਵੀ ਕਿੰਨੀ ਦਫਾ ਹਮਲਾ ਹੋ ਚੁੱਕਿਆ ਹੈ, ਮੇਰੇ ਘਰ ਵੀ ਹੋਇਆ। ਤੇ ਮੇਰੇ ਵਾਲਿਦ ਸਾਹਿਬ ਜਦੋਂ ਵੀ ਐਸੀ ਸਿਚੁਏਸ਼ਨ ਆਣੀ ਨਾ ਕਿ ਅਸੀਂ ਬੰਦ ਗਲੀ 'ਚ ਖੜੇ ਆ ਮੇਰੇ ਕੰਮ ਦੇ ਹਵਾਲੇ ਨਾਲ, ਤਾਂ ਮੈਨੂੰ ਕਹਿੰਦੇ ਸਨ ਕਿ ਕੋਈ ਗੱਲ ਨਹੀਂ, ਇਹ ਗਲੀ ਬੰਦ ਤੇ ਵਾਪਸ ਆ ਜਾ, ਦੂਜਾ ਰਸਤਾ ਲੈ ਲੈਂਦੇ। ਮਕਸਦ ਤੇ ਗਲੀ ਦੇ ਪਾਰ ਜਾਣਾ ਨਾ, तो कहते सन वापस आ जा। कभी भी मसाइल नू अपनी जाती अना का मसला नहीं बनाना। कभी किसी की गुफ्तगू नू अपनी पसंद ना पसंद आ, अगर उस किसी शख्स की किसी फर्द की गुफ्तगू असूल दे उत्ते वे ते तू उस गुफ्तगू नू पॉजिटिव लेना है। तो मेरे ख्याल है कि वो एक चीज नहीं होंगी, एक फैक्टर नहीं होंदा। बहुत सारियां बचपन तो लैके इस उम्र तक छोटे मोटे वाकयात हुंदे ने, अहम संजीदा वाकयात हुंदे ने जिंदगी दे, जिहदे च तुहाडे वालिदैन तुहाडी कर रहे होंगे। बहुत सारे दोस्त मेरे जानते हैं कि मेरी शादी सिर्फ 17 महीने चली और वो खत्म हो गई। तो मैं तुहानू हल्फन कह रही हाँ कि मेरे बाप ने इस पूरे मामले च कोई गुफ्तगू नहीं सी की। मेरे वालदा साहबा कहते सन कि हुण की करना है, तो कहते सन मैं नहीं करना, ये ओदी जिंदगी है, वो सानू दसेगी उन्हें की करना है, ते असीं उहदे नाल खड़े हैं। उस शख्स नाल रहना चाहनी है ते असीं उहदे नाल आ, ਉਹ नहीं रहना चाहती असीं उहदे नाल आ, लेकिन असीं ਉਹਨੂੰ नहीं दसना कि तू की फैसला करना है। कोई मेरे ते प्रेशर नहीं सी, कोई मैनू शर्मिंदगी का एहसास नहीं दिता गया, कोई मैनू ऐ नहीं किया गया कि तू कोई बेवकूफी कर रही है, फिर सोच लिया। कोई खौफ होंदा ना फ्यूचर का खौफ कि फिर कली रह जाएंगी, नहीं, उन्होंने क्या है मेरी वालदा साहबा नू कि फैसला उन्हें करना है, जेड़ा फैसला करेगी असीं नाल खड़े हैं। ਇਹ ਉਹ ਸਾਰੇ ਵਾਕਿਆਤ ਹੁੰਦੇ ਨੇ ਕਿ ਜਿਹੜੇ ਤੁਹਾਡੇ ਅੰਦਰ ਇੱਕ ਕੌਨਫੀਡੈਂਸ ਲਿਆਉਂਦੇ ਨੇ, ਇੱਕ ਖੁਦ ਇਤਮਾਦੀ ਲਿਆਉਂਦੇ ਨੇ। ਔਰ ਦੂਸਰੀ ਗੱਲ ਇਹ ਹੈ ਕਿ ਅਗਰ ਤੁਹਾਨੂੰ ਪਤਾ ਹੈ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਅਸੂਲ ਦੀ ਗੱਲ ਹੈ ਔਰ ਹੱਕ ਦੀ ਗੱਲ ਹੈ, ਤੇ ਫਿਰ ਉਹ ਇਤਮਾਦ ਜਿਹੜਾ ਮਿਲਿਆ ਹੁੰਦਾ ਤੇ ਉਹ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ। ਤੇ ਮੇਰੇ ਤੇ ਹੀਰੋ ਔਰ ਹੀਰੋਇਨ ਮੇਰੇ ਵਾਲਿदैन ਨੇ, ਔਰ ਸਪੋਰਟਿੰਗ ਕਰੈਕਟਰ ਚ ਮੇਰੇ 3 ਭਰਾ ਨੇ। ਉਜ਼ਮਾ ਇਸ ਦੇ ਨਾਲ ਹੀ ਮੈਂ ਮਤਲਬ ਇੰਨੀ ਅੱਛੀ ਔਰ ਦਿਲਚਸਪ ਗੱਲਬਾਤ ਹੈ, ਔਰ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਨੇ ਉਹ ਤੁਹਾਡੇ ਜਿਹੜੀਆਂ ਸਾਡੀ ਗੱਲਬਾਤ ਸੁਣ ਰਹੇ ਨੇ ਔਰ ਸਰਾਹ ਵੀ ਰਹੇ ਨੇ ਖਾਸ ਤੌਰ ਤੇ ਮੈਂ ਚਾਹਾਂਗੀ ਕਿ ਤੁਸੀਂ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲੇ ਤੁਸੀਂ ਕੋਈ ਕੀ ਪੈਗਾਮ ਦੇਣਾ ਚਾਹੁੰਦੇ ਹੋ ਸਾਡੇ ਸਾਰੇ ਭੈਣ ਭਰਾਵਾਂ ਨੂੰ, ਕਿਉਂਕਿ ਇਸ ਟਾਈਮ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਪੰਜਾਬਿਕਾ, ਇਹਦੀ ਜਿਹੜੀ ਹੈ ਸਾਡੇ ਕੋਲੇ ਐਡਵਾਂਟੇਜ ਹੈ ਕਿ ਸਾਡੇ ਜਿਹੜੇ ਪੰਜਾਬੀ ਬੋਲਣ ਵਾਲੇ ਖਾਸ ਤੌਰ ਤੇ ਜਿਹੜੇ ਭੈਣ ਭਰਾ ਨੇ, ਉਹ ਚਾਹੇ ਸਾਡੇ ਪਾਕਿਸਤਾਨ ਚ ਨੇ, ਇੰਡੀਆ ਚ ਨੇ, ਕੈਨੇਡਾ ਚ ਨੇ, ਦੁਨੀਆ ਚ ਜਿੱਥੇ ਜਿੱਥੇ ਵੀ ਨੇ, ਇਹ ਪ੍ਰੋਗਰਾਮ ਜਿਹੜਾ ਹੈ ਉਹਨਾਂ ਤੱਕ ਪਹੁੰਚਦਾ ਹੈ ਔਰ ਉਹ ਸਾਡੇ ਇਸ ਪ੍ਰੋਗਰਾਮ ਨੂੰ ਸਰਾਹੁੰਦੇ ਨੇ, ਇਹਨੂੰ ਪਸੰਦ ਕਰਦੇ ਨੇ। ਤੇ ਕਿਉਂਕਿ ਸਾਡਾ ਔਰ ਜਿਹੜਾ ਸਾਡੇ ਹਮਸਾਏ ਪੰਜਾਬ ਦਾ ਜਿਹੜਾ ਕਲਚਰ ਹੈ ਔਰ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਸਾਂਝਾਂ ਨੇ, ਤੇ ਉੱਥੇ ਵੀ ਮੈਨੂੰ ਹਜੇ ਅੰਦਾਜ਼ਾ ਤੇ ਨਹੀਂ ਕਿ ਉੱਥੇ ਸਾਡੀਆਂ ਜਿਹੜੀਆਂ ਬੱਚੀਆਂ ਨੇ ਜਾਂ ਖਵਾਤੀਨ ਨੇ
ਉਹ ਕਿਸ ਕਿਸਮ ਦੇ ਜਿਹੜੇ ਨੇ ਨਾ ਉਹ ਮਸਾਇਲ ਦਾ ਸਾਹਮਣਾ ਕਰਦੀਆਂ ਨੇ, ਜਾਂ ਉੱਥੇ ਜਿਹੜੇ ਸਾਡੇ ਖਾਜਾ ਸਰਾ ਭੈਣ ਭਰਾ ਨੇ ਉਹਨਾਂ ਦੇ ਕੀ ਮਸਲੇ ਨੇ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਇਹਨਾਂ ਪੀੜਾਂ ਸਾਂਝੀਆਂ ਨੇ ਸਾਡੀਆਂ। ਤੇ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਸਾਡੇ ਸਾਰੇ ਜਿਹੜੇ ਪੰਜਾਬੀ ਮਾਂ ਬੋਲੀ ਬੋਲਣ ਵਾਲੇ ਪੂਰੀ ਦੁਨੀਆ 'ਚ ਜਿਹੜੇ ਸਾਡੇ ਭੈਣ ਭਰਾ ਵੱਸਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੇ ਫਿਰ ਉਸ ਤੋਂ ਬਾਅਦ ਅਸੀਂ ਇਜਾਜ਼ਤ ਦੇਵਾਂਗੇ। तारा आपा बहुत शुक्रिया। मैं एक ही गल कहना चाहनी हाँ, मेरी दरखास्त है तमाम वालदैन नूं जिहड़े कि हुण वालदैन है ने, या वो बच्चे जिहड़े वालदैन बन गए, या कोई खातून यंग है, वो प्रेगनेंट है, एक यंग आदमी उसदी बीवी प्रेगनेंट है। मेरी तमाम लोगों नूं इह इल्तमास है कि असी एक होर गलत रविश ते चल पए हां ते इहदे उत्ते गुफ्तगू करनी जरूरी है। वो गल है वे कि पहले सदियां तुसीं जिहड़ा पिदरशाही निज़ाम नूं चलाया ਤੇ ਤੁਸੀਂ ਮਰਦ ਨੂੰ ਫੌਕੀਅਤ ਦਿੱਤੀ ਤੇ ਔਰਤ ਨੂੰ ਕਮਤਰ ਸਮਝਿਆ। ਹੁਣ ਜਿਹੜਾ ਹੈ ਇਹ ਜਿਹੜਾ ਬੈਲੈਂਸ ਹੈ, ਤਵਾਜ਼ਨ ਹੈ, ਹੁਣ ਖਰਾਬ ਹੁੰਦਾ ਪਿਆ। ਕਿਸ ਤਰ੍ਹਾਂ? ਪਹਿਲੇ ਤੁਸੀਂ ਮਰਦ ਨੂੰ ਫੌਕੀਅਤ ਦੇ ਕੇ ਉਹਦਾ ਦਿਮਾਗ ਖਰਾਬ ਕੀਤਾ, ਉਹਦੇ ਦਿਮਾਗ ਦੇ ਵਿੱਚ ਫੌਕੀਅਤ ਦਾ ਅੰਸਰ ਆਇਆ ਕਿ ਮੈਂ ਕੁਝ ਵੀ ਕਰਨਾ ਮੈਨੂੰ ਕੋਈ ਨਹੀਂ ਪੁੱਛੇਗਾ। ਹੁਣ ਤੁਹਾਡਾ ਮਸਲਾ ਮਾਸ਼ਰੇ ਦਾ ਹੋ ਗਿਆ ਕਿ ਹੁਣ ਤੁਸੀਂ ਔਰਤ ਨੂੰ ਫੌਕੀਅਤ ਦੇ ਕੇ ਮਰਦ ਨੂੰ ਕਮਤਰ ਕਰ ਰਹੇ ਹੋ। ਇਹ ਇਤਨਾ ਅਹਿਮ ਮਸਲਾ ਹੈ ਕਿ ਮੈਂ ਦੇਖ ਵੀ ਰਹੀ ਹਾਂ, ਮੈਂ ਬਹਿਸ ਵੀ ਕਰ ਰਹੀ ਹਾਂ ਇਹਦੇ ਉੱਤੇ ਕਿ ਤੁਹਾਨੂੰ ਮਰਦ ਜਾਂ ਔਰਤ ਨੂੰ ਕਮਤਰ ਨਹੀਂ ਸਮਝਣਾ। ਤੁਸੀਂ ਜਿੱਥੇ ਬੈਲੈਂਸ ਖਰਾਬ ਕਰੋਗੇ ਉੱਥੇ ਵਿਗਾੜ ਪੈਦਾ ਹੋਏਗਾ। ਤੇ ਵਾਲਿदैन ਦੀ ਸਾਂਝ ਹੈ ਜ਼ਿੰਮੇਦਾਰੀ ਵਿੱਚ। ਮਾਂ ਔਰ ਬਾਪ ਦੋਵਾਂ ਨੇ ਕਿਰਦਾਰ ਅਦਾ ਕਰਨਾ ਹੈ ਕਿ ਨਾ ਤੁਹਾਡਾ ਬੇਟਾ ਕਮਤਰ ਹੈ ਤੇ ਨਾ ਤੁਹਾਡੀ ਬੇਟੀ ਨੂੰ ਕੋਈ ਫੌਕੀਅਤ ਹੈ। ਉਹਨਾਂ ਨੂੰ ਬਿਹਤਰ ਮੁਸਤਕਬਲ ਵਾਸਤੇ ਤੁਸੀਂ ਬਿਹਤਰ ਹਾਲ ਦੇਣਾ ਹੈ। ਤੁਸੀਂ ਬਿਹਤਰ ਮੁਸਤਕਬਲ ਵਾਸਤੇ ਉਹਨਾਂ ਦਾ ਬਿਹਤਰ ਹਾਲ ਕੁਰਬਾਨ ਨਹੀਂ ਕਰਨਾ। ਸਾਡੇ ਹਾਂ ਇੱਥੇ ਮਸਲਾ ਇਹ ਵੇ कि बेटी और बेटे नूं अच्छा प्रोटीन वाला खाना नहीं देंगे तो वो कमेटी पा के ਉਹਦੇ ਦਾਜ ਵਾਸਤੇ ਪੈਸੇ ਰੱਖ ਦੇਣਗੇ, ਜਾਂ ਉਹ ਪੈਸੇ ਕਹਿਣਗੇ ਤੈਨੂੰ ਬਾਹਰ ਪੜਨ ਵਾਸਤੇ ਕਰਨਾ ਹੈ। ਭਾਈ ਜਿਹੜਾ ਉਹਦਾ ਅੱਜ ਉਹਦਾ ਹਾਲ ਹੈ ਉਹਦੇ ਵਾਸਤੇ ਸੋਚੋ, ਜਿਹਦੇ ਵਾਸਤੇ ਉਹਦੀ ਜਿਸਮਾਨੀ ਸਿਹਤ, ਉਹਦੀ ਜਿੰਸੀ ਤੌਲੀਦੀ ਔਰ ਉਹਦੀ ਜ਼ਹਿਨੀ ਸਿਹਤ, ਇਹ तमाम ਚੀਜ਼ਾਂ ਬਹੁਤ ਅਹਿਮ ਨੇ। ਮੇਰੀ तमाम ਵਾਲਿदैन ਨੂੰ ਦਰਖਾਸਤ ਹੈ ਕਿ ਨਾ ਸਿਰਫ ਕਿ ਬੇਟਾ ਬੇਟੀ, ਬਲਕਿ ਅਗਰ ਤੁਹਾਡੇ ਘਰ ਖਾਜਾ ਸਰਾ ਪੈਦਾ ਹੋਇਆ ਹੈ ਜਾਂ ਮੁਖੰਨਸ ਪੈਦਾ ਹੋਇਆ, ਖਾਜਾ ਸਰਾ ਔਰ ਮੁਖੰਨਸ ਦੋ ਅਲੱਗ कैटेगरियां ने, कि ਉਹਨੂੰ ਆਪਣੀ ਬਹਿਸੀਅਤ ਔਰ ਮਾਂ ਦੇ ਹੱਕ ਔਰ ਫਰਜ਼ ਦੇ ਨਾਲ ਪਾਲੋ। ਉਹਨਾਂ ਮਾਂ-ਬਾਪ ਦਾ ਕੰਮ ਨਹੀਂ ਕਿ ਜਿਨਸਾਂ ਦੇ ਫਰਕ ਪਾਏ। ਮਾਂ-ਬਾਪ ਵਾਸਤੇ ਤੇ ਸਾਰੀ ਸਾਂਝੀ ਔਲਾਦ ਹੈ। ਇਹ ਤੇ ਨਹੀਂ ਨਾ ਕਿ ਮਾਂ ਦੇ ਪੇਟ ਦੇ ਵਿੱਚੋਂ ਬੇਟੀ ਪੈਦਾ ਹੁੰਦੀ ਹੈ ਤੇ ਬਾਜ਼ੂ ਵਿੱਚੋਂ ਬੇਟਾ ਪੈਦਾ ਹੁੰਦਾ ਹੈ। ਪੈਦਾ ਤੇ ਸਾਰੇ ਪੇਟ ਚੋਂ ਹੀ ਹੁੰਦੇ ਨੇ। ਤੇ ਅਮਲ ਤੇ ਉਹੀ ਇੱਕ ਤੋਲੀਦੀ ਜਿਹੜਾ ਵਾਲਿदैन ਨੇ ਬੇਟਾ ਔਰ ਬੇਟੀ ਇਸ ਦੁਨੀਆ ਤੇ ਪੈਦਾ ਕਰਨਾ ਹੈ। ਤੇ ਵਾਲਿदैन ਨੂੰ ਜ਼ੇਬ ਨਹੀਂ ਦਿੰਦਾ कि वो जिन्स की बुनियाद पे या सिनफ की बुनियाद पे अपने औलाद च फर्क पाए, चाहे बेटी नूं कमतर समझे या बेटे नूं। ते मेरी सब वालिदैन नूं दरखास्त है कि तुसी इस गल नूं जरा समझो, ये हसास मामला है। मैनूं ये खौफ है कि अगले 50 साल तो बाद ये सारा माशरा बैठ के मर्दां दे हकूक दी गल कर रहा होएगा। कि सानूं ते एक तवाना और सेहतमंद माशरा बनाना है। ਉਹਦੇ ਵਿੱਚ एहसास जिम्मेदारी और हसासियत दे नाल अपने बच्चों की परवरिश करो और इंशाल्लाह एक बेहतर माशरा बना सका। बहुत शुक्रिया उज़मा, तुसी टाइम दिता ते बड़ी ही मुफीद और ਕੰਮ ਦੀਆਂ ਗੱਲਾਂ ਹੋਈਆਂ ਨੇ। ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਭੈਣ ਭਰਾ ਜਿਹੜੇ ਸਾਨੂੰ ਵੇਖ ਰਹੇ ਨੇ, ਸਾਨੂੰ ਸੁਣ ਰਹੇ ਨੇ, ਉਹ ਇਹਨਾਂ ਗੱਲਾਂ ਨੂੰ, ਇਸ ਪੈਗਾਮ ਨੂੰ ਆਪਣੇ ਇਰਦ ਗਿਰਦ, ਆਪਣੇ ਘਰਾਂ 'ਚ, ਆਪਣੇ ਖਾਨਦਾਨਾਂ 'ਚ ਜਿਹੜਾ ਹੈ ਉਹ ਨਾ ਸਿਰਫ ਪਹੁੰਚਾਉਣਗੇ ਬਲਕਿ ਉਹਦੇ ਤੇ ਅਮਲ ਕਰਾਉਣ ਦੀ ਵੀ ਕੋਸ਼ਿਸ਼ ਕਰਨਗੇ, ਤਾਂ ਕਿ ਸਾਡੇ ਬੱਚੇ ਤੇ ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਤੇ ਸਾਡੇ ਪੁੱਤਰ, ਉਹ ਦੋਨੋਂ ਹੀ ਆਪਣੀ ਜ਼ਿੰਦਗੀ 'ਚ ਇੱਕ ਮੁਤਵਾਜ਼ਨ ਔਰ ਖੁਸ਼ਹਾਲ ਜ਼ਿੰਦਗੀਆਂ ਗੁਜ਼ਾਰ ਸਕਣ, ਔਰ ਸਾਡਾ ਮਾਸ਼ਰਾ ਜਿਹੜਾ ਹੈ ਉਹ ਮੁਤਵਾਜ਼ਨ ਔਰ ਖੁਸ਼ਹਾਲ ਮਾਸ਼ਰਾ ਬਣ ਸਕੇ, ਸਿਹਤਮੰਦ ਬਣ ਸਕੇ। ਇਸ ਦੇ ਨਾਲ ਹੀ ਮੈਂ ਤੁਹਾਡੀ ਹੋਸਟ ਤੇ ਤੁਹਾਡੀ ਦੋਸਤ ਤਾਹਿਰਾ ਆਜ਼ਮ ਔਰ ਉਜ਼ਮਾ ਯਾਕੂਬ, ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਬਹੁਤ ਸ਼ੁਕਰੀਆ ਤੁਹਾਡਾ ਸਭ ਦਾ, ਸਾਨੂੰ ਵੇਖਣ ਦਾ, ਸਾਨੂੰ ਸਰਾਹਣ ਦਾ। ਤੇ ਆਪਣੀ ਰਾਏ ਜਿਹੜੀ ਹੈ ਤੁਸੀਂ ਬਾਅਦ 'ਚ ਕਮੈਂਟ 'ਚ ਵੀ ਦੇ ਸਕਦੇ ਹੋ। ਅਗਰ ਮਜ਼ੀਦ ਕੁਝ ਸਵਾਲ ਤੁਸੀਂ ਉਜ਼ਮਾ ਕੋਲੋਂ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਆਪਣਾ ਕਮੈਂਟ ਉਹਦੇ 'ਚ ਕਰ ਸਕਦੇ ਹੋ। ਤੇ ਜ਼ਰੂਰ ਉਜ਼ਮਾ ਜਿਹੜੀਆਂ ਨੇ ਅਗਰ ਕੋਈ ਜ਼ਰੂਰੀ ਐਸਾ ਸਵਾਲ ਜਿਹਦੇ 'ਚ ਕੋਈ ਮਾਲੂਮਾਤ ਤੁਹਾਨੂੰ ਚਾਹੀਦੀਆਂ ਹੋਈਆਂ ਤੇ ਤੁਸੀਂ FDI ਦੀ ਵੈਬਸਾਈਟ, FDI ਦਾ ਫੇਸਬੁੱਕ ਪੇਜ, ਉਹਨੂੰ ਲਾਈਕ ਕਰੋ, ਉਹਨਾਂ ਦੇ ਕੰਮ ਨੂੰ ਸਰਾਹੋ, ਔਰ ਉਜ਼ਮਾ ਦੇ ਕੰਮ ਦੇ ਵਿੱਚ ਅਸੀਂ ਸਾਰੇ ਮਿਲ ਕੇ ਆਪਣਾ ਆਪਣਾ ਹਿੱਸਾ ਪਾਈਏ, ਚਾਹੇ ਉਹਨਾਂ ਦਾ ਪੇਜ ਲਾਈਕ ਕਰਕੇ। ਬਹੁਤ ਸ਼ੁਕਰੀਆ ਉਜ਼ਮਾ ਜੀ, ਬੜੀ ਮਿਹਰਬਾਨੀ। बहुत शुक्रिया।